ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਸ਼ਹਿਰ ਕਪੂਰਥਲੇ ਪਹੁੰਚੇ ਹਾਂ। ਇੱਥੇ ਸਾਨੂੰ ਪਤਾ ਲੱਗਾ ਸੀ ਇੱਕ ਵੀਰ ਕਾਫੀ ਦਿੱਕਤਾਂ ਦੇ ਵਿੱਚ ਜਿਹੜਾ ਵਾ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਅਤੇ ਅੱਜ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਕਪੂਰਥਲਾ ਪਹੁੰਚੇ ਹਾਂ। ਅਤੇ ਆਓ ਆਪ ਸਭ ਸੰਗਤਾਂ ਨੂੰ ਉਹਨਾਂ ਦੇ ਨਾਲ ਜਿਹੜੀ ਆ ਉਹ ਸਾਂਝ ਪਾਉਂਦੇ ਹਾਂ। ਇਸ ਵਕਤ ਅਸੀਂ ਵੀਰ ਜਿਹੜੇ ਕਾਫੀ ਦਿੱਕਤਾਂ ਦੇ ਵਿੱਚ ਗੁਜ਼ਰ ਰਹੇ ਨੇ ਉਹਨਾਂ ਦੇ ਹੀ ਘਰ ਪਹੁੰਚੇ ਹੋਏ ਹਾਂ, ਅਤੇ ਆਪ ਸਭ ਸੰਗਤਾਂ ਦੀ ਅਸੀਂ ਸਾਂਝ ਪਾਉਂਦੇ ਹਾਂ, ਕਿਉਂਕਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉੱਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਸੰਗਤ ਜੀ ਕੋਈ ਲੋੜਵੰਦ ਪਰਿਵਾਰ ਗਰੀਬ ਗੁਰਬਾ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ। ਹੋਰ ਵੀ ਸੇਵਾਵਾਂ ਅਤੇ ਸਾਰੀਆਂ ਜਿਹੜੀਆਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਵੀ ਜੀਵ ਦੀਆਂ ਲਾਈਆਂ ਨੇ ਉਹ ਆਪਣੀ ਤਰੀਕੇ ਦੇ ਨਾਲ ਕਰ ਰਿਹਾ ਹੈ। ਪਰ ਆਪ ਸਭ ਸੰਗਤਾਂ ਦਾ ਜਿਹੜਾ ਇਹ ਉੱਦਮ ਉਪਰਾਲਾ ਹੈ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਨੂੰ ਆਪ ਜੀ ਨੇ ਸੇਵਾ ਬਖਸ਼ੀ ਹੈ ਕਿ ਕਿਸੇ ਲੋੜਵੰਦ ਪਰਿਵਾਰ ਦੀ ਮੈਡੀਕਲ ਸਹੂਲਤ ਜਿਹੜੀ ਉਹ ਆਪਣੇ ਪਰਿਵਾਰ ਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਅਤੇ ਉਹਦੀ ਸਹਾਇਤਾ ਕਰਨੀ, ਕਿਉਂਕਿ ਰੋਟੀ ਬੰਦਾ ਮੰਗ ਕੇ ਕਿਤੋਂ ਖਾ ਸਕਦਾ ਜਾਂ ਹੋਰ ਕੋਈ ਭੈਣ ਭਰਾ ਦੇ ਸਕਦਾ ਹੈ, ਕਿਤੇ ਹੋਰ ਅਸੀਂ ਚੀਜ਼ ਮੰਗ ਸਕਦੇ ਹਾਂ, ਪਰ ਜਿਹੜੀ ਸਿਹਤ ਹੁੰਦੀ ਹੈ, ਜਿਹੜੀ ਸਾਡੀ ਜ਼ਿੰਦਗੀ ਨਿੱਜੀ ਜਿਹਨੇ ਸਾਨੂੰ ਤੁਰਾਉਣਾ ਹੈ, ਉਹਨੂੰ ਅਸੀਂ ਕਿਸੇ ਤੋਂ ਮੰਗ ਨਹੀਂ ਸਕਦੇ। ਉਹ ਤਾਂ ਜਾਂ ਤਾਂ ਪਰਮਾਤਮਾ ਅਤੇ ਜਾਂ ਸੰਗਤ ਦੇ ਹੀ ਸਿਰ 'ਤੇ ਅਸੀਂ ਆਪਣਾ ਸਰੀਰ ਹੈ ਜਿਹੜਾ ਤੰਦਰੁਸਤ ਕਰ ਸਕਦੇ ਹਾਂ। ਰੱਬ ਕਿਸੇ ਦੇ ਮਨ ਦੇ ਵਿੱਚ ਆਣ ਕੇ ਵੱਸਦਾ ਹੈ, ਜਿਵੇਂ ਆਪ ਸਭ ਸੰਗਤਾਂ ਦੇ ਕਿ ਆਪ ਹਰ ਵਾਰੀ ਜੋ ਵੀ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਪਾਇਆ ਜਾਂਦਾ ਹੈ, ਅਤੇ ਆਪ ਉਸ ਦਾ ਤਨਦੇਹੀ ਦੇ ਨਾਲ ਜਿਹੜੀ ਹੈ ਉਹ ਸੇਵਾ ਕਰਦੇ ਜੀ, ਬਿਨਾਂ ਭੇਦਭਾਵ ਤੋਂ, ਬਿਨਾਂ ਨਸਲ ਤੋਂ, ਜਾਤ ਤੋਂ। ਅਤੇ ਆਓ ਆਪ ਸਭ ਸੰਗਤਾਂ ਨੂੰ ਅਸੀਂ ਵੀਰ ਜੀ ਹੁਣਾਂ ਦੇ ਨਾਲ ਸਾਂਝ ਪਵਾਈਏ। ਸਭ ਤੋਂ ਪਹਿਲਾਂ ਸੰਗਤ ਜੀ, ਆਪ ਸਭ ਸੰਗਤਾਂ ਦੇਖ ਹੀ ਰਹੇ ਨੇ ਕਿ ਵੀਰ ਜੀ ਹੁਣੀ ਨੇ ਜਿਹੜੇ ਇੱਕ ਛੋਟੀ ਜਿਹੀ ਜਗ੍ਹਾ, ਜਿਵੇਂ ਸਾਡੇ ਘਰਾਂ ਦੇ ਵਿੱਚ ਪੁਰਾਣੇ ਸਮੇਂ 'ਚ ਗੁਥਲਖਾਨੇ ਹੁੰਦੇ ਸਨ, ਅਤੇ ਉਸ ਹਿਸਾਬ ਨਾਲ ਇੱਕ ਛੋਟੀ ਜਿਹੀ ਜਗ੍ਹਾ ਹੈ ਜਿੱਥੇ ਆਪਣਾ ਰਹਿਣ ਬਸੇਰਾ ਕਰ ਰਹੇ ਨੇ। ਅਤੇ ਪਰ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਬੰਦੇ ਨੇ ਆਪਣੀ ਜ਼ਿੰਦਗੀ 'ਤੇ ਜਿਹੜੀ ਇਹ ਅਗਾਂਹ ਤੋਰਨੀ ਹੁੰਦੀ ਹੈ, ਸੋ ਇਸ ਕਰਕੇ ਉਸੇ ਹੀ ਜ਼ਿੰਦਗੀ ਦੇ ਨਾਲ ਜੂਝਦੇ ਹੋਇਆਂ ਵੀਰ ਜੀ ਹੁਣੀ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ। ਅਤੇ ਆਓ ਉਹਨਾਂ ਦੇ ਨਾਲ ਆਪ ਜੀ ਸਭ ਸੰਗਤਾਂ ਦੀ ਸਾਂਝ ਪਾਉਂਦੇ ਹਾਂ ਕਿ ਵੀਰ ਜੀ ਹੁਣੀ ਇਸ ਦਿੱਕਤ ਦੇ ਵਿੱਚੋਂ ਕਿੰਨੇ ਸਮੇਂ ਤੋਂ ਜਿਹੜੇ ਨੇ ਗੁਜ਼ਰ ਰਹੇ ਨੇ। ਸੋ ਸੰਗਤ ਜੀ, ਆਓ ਵੀਰ ਜੀ ਹੁਣਾਂ ਦੇ ਨਾਲ ਆਪ ਸਭ ਸੰਗਤਾਂ ਦੀ ਅਸੀਂ ਸਾਂਝ ਪਾਉਂਦੇ ਹਾਂ। ਮੈਂ ਕਹਿੰਦਾ ਵੀਰ ਜੀ, ਕੀ ਨਾਂ ਹੈ ਤੁਹਾਡਾ ਜੀ? ਤਿਲਕ ਰਾਜ ਜੀ। ਅੱਛਾ ਜੀ, ਵੀਰ ਜੀ ਉਹਨਾਂ ਦਾ ਜਿਹੜਾ ਨਾਮ ਹੈ ਉਹ ਤਿਲਕ ਰਾਜ ਹੈ। ਮੈਂ ਚਾਹੁੰਦਾ ਵੀਰ ਜੀ ਆਪ ਜ਼ਰੂਰ ਥੋੜ੍ਹੀ ਜਿਹੀ ਸੰਗਤ ਨੂੰ ਜਾਣਕਾਰੀ ਦਿਓ ਕਿ ਅਸਲ ਦੇ ਵਿੱਚ ਕੀ ਦਿੱਕਤ ਹੈ ਤੁਹਾਨੂੰ। ਭਾਈ ਇੱਦਾਂ ਮੇਰਾ ਘੱਟੋ ਘੱਟ ਜ਼ਿਆਦਾ ਨਹੀਂ, ਜਿੱਥੇ ਤੱਕ ਮੈਨੂੰ ਯਾਦ ਆ ਵੀ 7-8 ਸਾਲ 10 ਸਾਲ ਹੋ ਗਏ ਮਤਲਬ ਇੱਦਾਂ ਹੀ ਚੱਲਣ ਡਿਆ ਵਾ। ਬਿਲਕੁਲ ਹੌਲੀ ਹੌਲੀ ਲੱਤਾਂ ਜਾਨ ਨਿਕਲਦੀ ਜਾਨ ਨਿਕਲ ਗਈ, ਡੋਲ ਪਈ। ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ ਭਾਈ, ਪਰ ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ ਜਿਹੜਾ ਕਰਕੇ ਮੇਰਾ ਇਲਾਜ ਨਹੀਂ ਕਰਾ ਸਕਿਆ, ਅਤੇ ਫਿਰ ਹੌਲੀ ਸਭ ਕੁਛ ਮੰਮੀ ਡੈਡੀ ਸਭ ਕੁਛ ਚੱਲ ਗਿਆ। ਛੋਟਾ ਭਰਾ ਭੈਣ ਦੀ ਡੈਥ ਹੋ ਗਈ। ਹੁਣ ਮੈਂ ਇਕੱਲਾ ਹੀ ਹਾਂ। ਮਾਲਕਾਂ ਨੇ ਨਾ ਆਸ਼ਾ ਨਾ ਦਿੱਤਾ ਹੈ, ਰੋਟੀ 2 ਟਾਈਮ ਆ ਜਾਂਦੀ, ਖਾ ਲਈ ਦੀ ਆ ਬਸ। ਬਾਥਰੂਮ ਲੈਟਰਿੰਗ ਦੀ ਬਹੁਤ ਪ੍ਰੋਬਲਮ ਆ, ਬਾਕੀ ਤੁਹਾਨੂੰ ਤਾਂ ਕੋਈ ਦਿਖਣ ਨਹੀਂ ਡਿਆ ਭਾਈ। ਸੋ ਸੰਗਤ ਜੀ, ਵੀਰ ਜੀ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਕਿ ਪਿਤਾ ਜੀ, ਮਾਤਾ ਜੀ, ਭੈਣ ਸੀ, ਭਰਾ ਸੀ, ਸਭ ਜਿਹੜੇ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪਰ ਫਿਰ ਵੀ ਮੈਂ ਇੱਥੇ ਇੱਕ ਗੱਲ ਸੰਗਤ ਜੀ ਆਪ ਜੀ ਨਾਲ ਸਾਂਝੀ ਕਰਾਂ। ਆਪ ਸਭ ਸੰਗਤਾਂ ਨੇ ਦੇਖਿਆ ਕਿ ਇੱਕ ਛੋਟੀ ਜਿਹੀ ਜਗ੍ਹਾ ਹੈ, ਸਾਡੇ ਗੁਥਲਖਾਨੇ ਨੂੰ ਵੀ ਛੋਟੀ ਮੇਰੇ ਹਿਸਾਬ ਦੇ ਨਾਲ ਅੱਜ ਜਿੰਨਾ ਮਾਡਰਨ ਜ਼ਮਾਨਾ ਹੋ ਗਿਆ ਹੈ, ਪਰ ਵੀਰ ਜੀ ਉਹਨਾਂ ਦੇ ਮੂੰਹ 'ਤੇ ਮੁਸਕਾਨ ਵੇਖੋ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਇਹ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ, ਭਾਵੇਂ ਉਹ ਕਿਸੇ ਵੀ ਹਾਲਤ ਦੇ ਵਿੱਚ ਹੋਵੇ, ਪਰ ਉਹ ਫਿਰ ਵੀ ਖੁਸ਼ ਰਹਿੰਦਾ ਹੈ। ਅਤੇ ਇਹ ਜਿਹੜੀ ਮੁਸਕਾਨ ਹੈ, ਭਾਵੇਂ ਜਿੰਨੀ ਮਰਜ਼ੀ ਦੁਨੀਆ ਦੀ ਪੂਰੀ ਦੌਲਤ ਅਸੀਂ ਇਕੱਠੀ ਕਰ ਲਈਏ, ਪਰ ਫਿਰ ਵੀ ਅਸੀਂ ਇਹਨੂੰ ਖਰੀਦ ਨਹੀਂ ਸਕਦੇ। ਇਨਸਾਨ ਦੀ ਸੰਗਤ ਜੀ ਇਹ ਕਮੀ ਰਹੀ ਹੈ, ਜਾਂ ਤਾਂ ਬੰਦਾ
ਆਪਣੇ ਆਉਣ ਵਾਲੇ ਸਮੇਂ ਲਈ ਚਿੰਤਾ ਕਰਦਾ ਹੈ ਅਤੇ ਜਾਂ ਜੋ ਪਿੱਛੇ ਬੀਤ ਗਿਆ ਹੈ ਉਹਦੇ ਲਈ ਆਪਣੇ ਆਪ 'ਤੇ ਫਿਟਕਾਰਾਂ ਪਾਉਂਦਾ ਹੈ। ਅਸੀਂ ਜੋ ਵਰਤਮਾਨ ਹੁੰਦਾ ਹੈ ਉਹਨੂੰ ਤੇ ਜੀ ਨਹੀਂ ਪਾਉਂਦੇ। ਪਰ ਮੈਂ ਹੈਰਾਨ ਹਾਂ ਕਿ ਇਹ ਇੱਕ ਸਤਿਗੁਰਾਂ ਦੀ ਇੱਕ ਬਾਣੀ ਦਾ ਉਹ ਬਚਨ ਬੜੇ ਕਮਾਲ ਦਾ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਤਹੀਂ ਰਾਜਾ ਦੁੱਖ ਵਿੱਚ ਸੁਖ ਮਨਾਈ। ਸੋ ਉਹੀ ਗੱਲ ਹੈ, ਮੁਸਕਾਨ ਜਿਹੜੀ ਹੈ ਉਹ ਬਰਕਰਾਰ ਹੈ ਵੀਰ ਜੀ ਉਹਨਾਂ ਦੀ। ਮੀਰ ਜੀ ਮੈਂ ਇੱਕ ਗੱਲ ਹੋਰ ਆਪ ਜੀ ਨੂੰ ਪੁੱਛਣਾ ਚਾਹੁੰਦਾ, ਇਹ ਕਿੰਨਾ ਸਮਾਂ ਹੋ ਗਿਆ ਆਪ ਜੀ ਦੇ ਮਾਤਾ ਪਿਤਾ ਨੂੰ ਚੜ੍ਹਾਈ ਕਰਦਿਆਂ ਨੂੰ ਤੇ ਇੱਥੇ ਰਹਿੰਦੇ ਹਨ? ਇੱਥੇ ਰਹਿੰਦਾ ਭਾਜੀ ਘੱਟੋ ਘੱਟ 7-8 ਸਾਲ ਹੋ ਗਏ। ਤਾਂ ਮੰਮੀ ਦੀ ਡੈਥ ਹੋਈ 2005 'ਚ, ਡੈਡੀ 2019 'ਚ ਹੋਈ, ਭਰਾ ਦੀ 2016 'ਚ ਹੋਈ, ਭੈਣ ਦੀ ਵੀ 2016 'ਚ ਹੋਈ। ਉਹਦਾ ਕੋਈ ਕਮੀ ਪਤਾ ਆਈ ਆ ਵੀ ਜੇ ਡੱਬਾ ਲਿਜਾਣਾ ਤਾਂ ਲੈ ਜਾ, ਇਹਦਾ ਕਿਉਂਕਿ ਇਹਦਾ ਦਿਨ ਦੇਖੇ ਵੀ ਨਹੀਂ ਜਾਂਦੇ। ਫਿਰ ਰੱਬ ਨੂੰ ਕਹੀਦਾ ਰੱਬਾ ਤੇਰੀ ਰਜਾ 'ਚ ਰਾਜੀ, ਜਿੱਥੇ ਦੁਨੀਆ ਤੇ ਉੱਥੇ ਹੀ ਹੈ। ਮੈਂ ਚਾਹੁੰਦਾ ਵੀਰ ਜੀ ਆਪ ਥੋੜ੍ਹਾ ਜਿਹਾ ਸੰਗਤ ਦੀ ਜਾਣਕਾਰੀ ਦੱਸੋ ਕਿ ਆਪ ਜੀ ਦਾ ਪੁਰਾਣਾ ਪਿੰਡ ਕਿਹੜਾ ਸੀ, ਕਿੱਥੋਂ ਤੇ ਕਿਵੇਂ ਇੱਥੇ ਆਏ? ਭਾਈ ਮੈਂ ਇੱਥੇ ਸ਼ਹਿਰ ਦਾ ਹੀ ਬਿਲੋਂਗ ਕਰਦਾ, ਮੈਂ ਕਿਤੇ ਪਿੰਡ 'ਚੋਂ ਨਹੀਂ ਆਇਆ। ਇੱਥੇ ਨਾਲ ਹੀ ਲੋਹਰੀ ਗੇਟ ਪੈਂਦਾ, ਉੱਥੇ ਆਪਣੇ ਹੈਗੇ ਚਾਚੇ ਤਾਏ ਦੇ ਘਰ ਹੈਗੇ। ਪਰ ਤੁਹਾਨੂੰ ਪਤਾ ਰਿਸ਼ਤੇਦਾਰ ਕਿੱਦਾਂ ਦੇ ਨੇ, ਉਹ ਇਸ ਕਰਕੇ ਹਰੇਕ ਬੰਦਾ ਜਾ ਹੀ ਜਾਂਦਾ ਵੀ ਜੇ ਡਾਊਨ ਹੁੰਦਾ ਤਾਂ ਡਾਊਨ ਹੋਵੇ, ਕੋਈ ਕਿਤੇ ਨੂੰ ਚੜ੍ਹਾ ਤੇ ਤਾਂ ਤੱਕਣਾ ਹੀ ਰੱਬ ਦੀ ਰਜ਼ਾ ਤੋਂ ਬਗੈਰ। ਬਾਕੀ ਪੁਰਾਣਾ ਘਰ ਆਪਣਾ ਜਿਹੜਾ ਇੱਧਰ ਲੋਹਰੀ ਗੇਟ ਪੈਂਦਾ, ਤੁਸੀਂ ਜਾ ਕੇ ਪੁੱਛ ਸਕਦੇ ਆ। ਬਾਕੀ ਤੁਹਾਨੂੰ ਪਤਾ ਚੱਲ ਜੂਗਾ ਵੀ ਮੇਰੇ ਬਾਰੇ ਕੋਈ ਕੀ ਕਹਿੰਦਾ। ਆਪਾਂ ਕਦੀ ਕਿਤੇ ਮਾੜਾ ਨਹੀਂ ਕੀਤਾ ਭਾਈ, ਤਦੇ ਇਸ ਟਾਈਮ ਇੱਥੇ ਬੈਠੇ ਵੀ ਰੋਟੀ 2 ਟਾਈਮ ਰੱਬ ਦੇਣ ਡਿਆ। ਜਿਹੜਾ ਫਿਰ ਉਹ ਘਰ, ਕਿਉਂਕਿ ਇੱਥੇ ਤੇ ਤੁਸੀਂ ਹੁਣ ਜਿਹੜਾ ਵਾ ਰਹਿ ਰਹੇ ਜੇ, ਉਹ ਘਰ ਫਿਰ ਕਿਵੇਂ ਵੇਚਦਾ ਕਿ ਜਾਂ ਹਾਲੇ ਵੀ ਤੁਹਾਡੇ ਕੋਲ ਹੀ? ਨਹੀਂ ਭਾਈ ਇੱਦਾਂ ਦਾ ਕੋਈ ਪਾਪਾ ਦਾ ਕੋਈ ਪੁਰਾਣਾ ਲੈਣ ਦੇਣ ਸੀਗਾ ਚਾਚਾ ਜੀ ਨਾਲ, ਅਤੇ ਉਹਨਾਂ ਨੇ ਪਹਿਲਾਂ ਸਾਡੇ ਪਾਪਾ ਨੂੰ ਮੇਰੇ ਨੂੰ ਕੈਂਸਰ ਹੋ ਗਿਆ, ਉਹਨਾਂ ਸਾਰਿਆਂ ਦੇ ਆਪਣੇ ਨਾਂ ਸਾਡੇ ਮੇਰੇ ਭੈਣ ਭਰਾਵਾਂ ਦੇ ਨਾਂ ਸਾਈਨ ਕਰਾ ਲਏ, ਪਾਵਰ ਟੋਨੀ ਆਪਣੇ ਨਾਂ ਕਰਾ ਲਈ। ਬਾਅਦ 'ਚੋਂ ਸਾਡੇ ਨਾਲ ਥੋੜ੍ਹਾ ਝਗੜਾ ਕਰਨਾ ਸ਼ੁਰੂ ਕਰਤਾ। ਜਦੋਂ ਅਸੀਂ ਥੋੜ੍ਹੇ ਖੜ੍ਹੇ ਹੋਏ ਵੀ ਕਿਹਾ ਵੀ ਹਾਂ ਦੱਸ ਕੀ ਚਾਹੀਦਾ, ਤਾਂ ਉਹਨੇ ਫਿਰ ਸ਼ੋਅ ਕਰਤਾ ਮੇਰੇ ਕੋਲ ਰਜਿਸਟਰੀ ਕਰਾਈ ਤੁਹਾਡੇ ਮਕਾਨ ਦੀ, ਤੁਸੀਂ ਜਾ ਸਕਦੇ। ਖਿੱਚ ਧੂ ਕੇ ਉਹਨੇ ਸਾਡੇ ਰਿਸ਼ਤੇਦਾਰਾਂ ਨੂੰ ਜ਼ੋਰ ਪਾ ਕੇ ਸਾਨੂੰ ਲੱਖ ਰੁਪਈਆ ਦਿੱਤਾ ਸੀ। ਬਾਅਦ 'ਚੋਂ ਤੁਹਾਨੂੰ ਪਤਾ ਲੱਖ ਰੁਪਏ ਦਾ ਕੀ ਹੁੰਦਾ, ਉਹ ਵੀ ਇੱਦਾਂ ਇੱਦਾਂ ਹੌਲੀ ਹੌਲੀ ਖਰਚਿਆ ਗਿਆ। ਵੀ ਆਪ ਜੀ ਨੇ ਦੱਸਿਆ ਕਿ ਪਰਿਵਾਰ ਦੀ ਬੈਕਗਰਾਊਂਡ ਕਿਵੇਂ ਆਪ ਜੀ ਦੇ ਨਾਲ ਇਹ ਹੋਇਆ, ਇੱਥੋਂ ਤੱਕ ਪਹੁੰਚ ਫਿਰ ਕਿਵੇਂ ਹੋਈ ਤੁਹਾਡੀ ਜਿੱਥੇ ਹੁਣ ਰਹਿ ਰਹੇ? ਫਿਰ ਭਾਈ ਲਾਸਟ 'ਤੇ ਕੰਮ ਆਪਣਾ ਵਧੀਆ ਸੀਗਾ, ਠੀਕ ਸੀਗਾ। ਕਾਰ ਲਿੱਤੀ ਸੀ ਇੰਡੀਗੋ, 2 ਸਕੂਟਰੀਆਂ ਸੀਗੀਆਂ, ਕੰਮ ਠੀਕ ਸੀ। ਪਾਪਾ ਨੂੰ ਨਾ ਇੱਕਦਮ ਪੈਰਾਲਾਈਜ਼ ਦਾ ਅਟੈਕ ਹੋ ਗਿਆ ਮੋਗੇ ਮਦਨੀ ਵੱਲ। ਫਿਰ ਮੈਂ ਗਿਆ ਉੱਥੇ ਜਾ ਕੇ ਪਾਪਾ ਦਾ ਟਰੀਟਮੈਂਟ ਕਰਾਇਆ, ਫਿਰ ਲੁਧਿਆਣੇ ਲੈ ਕੇ ਗਏ ਚਾਚੇ ਕੋਲ। ਉਸ ਤੋਂ ਬਾਅਦ ਫਿਰ ਤੇ ਲਿਆਏ, ਫਿਰ ਬਿਆਸ ਗਏ। ਫਿਰ ਪਾਪਾ ਦਾ ਟਰੀਟਮੈਂਟ ਕਰਾਉਂਦੇ ਫਿਰ ਹੌਲੀ ਹੌਲੀ ਚੀਜ਼ਾਂ ਚੱਲ ਗਈਆਂ। ਫਿਰ ਉਸ ਤੋਂ ਬਾਅਦ ਕਿਤੇ ਕੋਈ ਰਿਸ਼ਤੇਦਾਰ ਰਹਿੰਦਾ ਸੀ, ਉਹਨੇ ਉੱਥੋਂ ਸ਼ਿਫਟ ਕਰਾ ਕੇ ਇੱਧਰ ਸ਼ਿਫਟ ਕਰਾਇਆ। ਜਦੋਂ ਮੈਂ ਸਟਾਰਟਿੰਗ ਇੱਥੇ ਆਇਆ ਮੇਰੇ ਕੋਲ 2 ਕਮਰੇ ਸੀਗੇ, ਉੱਧਰ ਦਾ ਸਾਹਮਣੇ ਵਾਲਾ ਇੱਕ ਆਹ ਵਾਲਾ, ਅਤੇ ਇਹਨਾਂ ਵਿੱਚ ਦੋਨਾਂ ਕਮਰਿਆਂ 'ਚ ਭਾਈ ਮੇਰੇ ਕੋਲ ਵਾਸ਼ਿੰਗ ਮਸ਼ੀਨ, ਇਨਵੇਟਰ, ਆਪਣਾ 2 ਸਿਲੰਡਰ, ਇਲੈਕਟ੍ਰੋਨਿਕ ਚੁੱਲ੍ਹਾ, ਇਹਦਾ ਸਾਰਾ ਸਮਾਨ ਜੋ ਲਟਮ ਛਟਮ ਘਰ ਦਾ ਹੁੰਦਾ ਉਹ ਸਭ ਕੁਝ ਸੀਗਾ ਭਾਅ ਜੀ। ਜ਼ਿਆਦਾ ਨਹੀਂ। ਅਤੇ ਜਦੋਂ ਮੈਨੂੰ ਲੱਗਾ ਵੀ ਹਾਂ ਹੋ ਸਕਦਾ, ਅਤੇ ਮੈਂ ਹਰੇਕ ਬੰਦਾ ਆਹੀ ਸੋਚਦਾ ਵੀ ਮੈਂ ਠੀਕ ਹੋ ਜਾਵਾਂ, ਅਤੇ ਇਸ ਤੋਂ ਬਾਅਦ ਕਿ ਕੋਈ ਨਹੀਂ ਗੱਲ ਨਹੀਂ, ਬਾਕੀ ਰੱਬ ਦੀ ਰਜ਼ਾ ਸਭ ਰਾਜੀ ਹੈ। ਸੋ ਸੰਗਤ ਜੀ, ਅੱਜ ਅਸੀਂ ਕਪੂਰਥਲਾ ਪਹੁੰਚੇ ਆਪ ਸਭ ਸੰਗਤਾਂ ਦੇ ਨਾਲ। ਵੀਰ ਤਿਲਕ ਰਾਜ ਦੀ ਸਾਂਝ ਪਾ ਰਹੇ ਸੀ। ਉੱਥੇ ਹੀ ਵੀਰ ਤਿਲਕ ਰਾਜ ਹੋਣਾ ਦਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਇੱਦਾਂ ਹੀ ਤੁਰ ਫਿਰ ਨਹੀਂ ਸਕਦੇ, ਅਤੇ ਇਨਸਾਨੀਅਤ ਦੇ ਨਾਤੇ ਇੱਥੇ ਪੁਲਿਸ ਵਾਲੇ ਭਾਈ ਸਾਹਿਬ ਵੀਰ ਜੀ ਹੁਣੀ ਨੇ ਜਿਹੜੇ ਡਿਊਟੀ ਕਰਦੇ ਨੇ, ਅਤੇ ਵੀਰ ਜੀ ਹੁਣੀ ਦੱਸ ਰਹੇ ਸੀ ਕਿ ਉਹ ਰੋਟੀ ਜਿਹੜੀ ਇਹ 2 ਟਾਈਮ ਦੀ ਇਹਨਾਂ ਨੂੰ ਛਕਾ ਦਿੰਦੇ ਨੇ। ਸੋ ਸਾਡੇ ਨਾਲ ਇੱਥੇ ਪੁਲਿਸ ਮੁਲਾਜ਼ਮ ਵੀ ਨੇ। ਇੱਥੇ ਗੱਲ ਸੰਗਤ ਜੀ ਮੈਂ ਹੋਰ ਸਾਂਝੀ ਕਰਦਾ, ਬਹੁਤੀ ਵਾਰ ਸਾਡੀ ਮਾਨਸਿਕਤਾ ਅੱਜ ਦੁਨੀਆਦਾਰੀ ਦੇ ਲੋਕਾਂ ਨੇ ਅਤੇ ਕੁਝ ਸਮਾਜਿਕ ਇਹੋ ਜਿਹੇ ਲੋਕਾਂ ਨੇ ਬਣਾ ਦਿੱਤੀ ਕਿ ਅਸੀਂ ਪੁਲਿਸ ਨੂੰ ਬੜੀ ਬੁਰੀ ਨਜ਼ਰ ਨਾਲ ਦੇਖਦੇ ਹਾਂ। ਪਰ ਉੱਥੇ ਇਹੋ ਜਿਹੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਇੱਕ ਦੁਨੀਆ ਦੇ ਵਿੱਚ ਮਿਸਾਲ ਨੇ ਕਿ ਇਨਸਾਨੀਅਤ ਹਾਲੇ ਵੀ ਜਿੰਦਾ ਹੈ। ਅਤੇ ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਮੁਲਾਜ਼ਮ ਹੋਣ ਦੇ ਨਾਲ ਨਾਲ ਡਿਊਟੀ, ਕਿਉਂਕਿ ਬੜੀ ਸਟਰੋਂਗ ਹੁੰਦੀ, ਸਟ੍ਰਿਕਟਲੀ ਹੁੰਦੀ ਹੈ, ਅਤੇ ਉਹਦੇ ਬਾਵਜੂਦ ਵੀ ਆਪ ਵੀਰ ਜੀ ਉਹਨਾਂ ਦਾ ਇੰਨਾ ਧਿਆਨ ਰੱਖਦੇ। ਮੈਂ ਚਾਹੁੰਦਾ ਥੋੜ੍ਹੀ ਜਿਹੀ ਜਾਣਕਾਰੀ, ਕਿਉਂਕਿ ਆਪ ਨੇੜੇ ਰਹਿੰਦੇ ਜੇ,
ਤੇ ਸੰਗਤ ਨਾਲ ਸਾਂਝੀ ਕਰੋ ਕਿ ਕਿਵੇਂ ਜ਼ਿੰਦਗੀ ਬਤੀਤ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਜ਼ਰੀਏ ਕਿਸੇ ਦੇ ਘਰ ਜਾ ਕੇ ਜਾਂ ਮਹੱਲੇ ਵਿੱਚ ਜਾ ਕੇ ਇਹੋ ਜਿਹੀ ਗਰੀਬ ਨੂੰ ਜਾਂ ਹੈਂਡੀਕੈਪ ਨੂੰ ਜਾਂ ਕਿਸੇ ਆਫਤ ਦੇ ਮਾਰੇ ਨੂੰ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਜਾਂ ਸੇਵਾਦਾਰ ਤੱਕ ਜਿਹੜੇ ਵੀ ਕੋਈ ਸੱਜਣ ਦਾਨੀ ਹੈਗੇ ਆ ਉਹਨਾਂ ਤੱਕ ਆਵਾਜ਼ ਉਠਾਉਣੀ ਜਿਹੜੀ ਆ ਉਹ ਬਹੁਤ ਵਧੀਆ ਗੱਲ ਹੈ। ਮੈਂ ਬਹੁਤ ਬਹੁਤ ਧੰਨਵਾਦ ਹਾਂ ਸੰਗਤ ਏਡ ਕੇਅਰ ਫੰਡ ਦਾ ਜਿਨ੍ਹਾਂ ਨੇ ਇਹੋ ਜਿਹਾ ਉਪਰਾਲਾ ਕੀਤਾ। ਅਸੀਂ ਵੀ ਇਹ ਵੀਰ ਸਾਡਾ ਤੁਰ ਫਿਰ ਨਹੀਂ ਸਕਦਾ ਜਦੋਂ ਇੱਥੋਂ ਆਉਣੇ ਜਾਂਦੇ ਡਿਊਟੀ ਤੋਂ ਕਦੇ ਮੈਂ ਇਹਨਾਂ ਦਾ ਰੋਟੀ ਲੈ ਆਉਂਦਾ ਹਾਂ ਜਾਂ ਮੇਰੇ ਸਾਥੀ ਜਿਹੜੇ ਆ ਉਹ ਇਹਨੂੰ ਫੜਾ ਦਿੰਦੇ ਆ। ਹੋਰ ਵੀ ਕਾਫੀ ਮੁਲਾਜ਼ਮ ਇਹਨਾਂ ਦੀ ਹੈਲਪ ਕਰਦੇ ਆ, ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਆ ਹੈਲਪ ਕਰਦੇ ਆ। ਔਰ ਮੈਂ ਇਸ ਤੁਹਾਡੇ ਚੈਨਲ ਦੇ ਜ਼ਰੀਏ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਆ ਜਾਂ ਇਹ ਚੈਨਲ ਦੇ ਜ਼ਰੀਏ ਆਵਾਜ਼ ਪਹੁੰਚ ਰਹੀ ਆ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨ। ਪ੍ਰਸ਼ਾਦ ਦੇ ਭਾਈ ਸਟਾਰਟਿੰਗ 'ਚ ਤਾਂ ਇੱਦਾਂ ਸੀਗਾ ਵੀ 2-2 3-3 ਦਿਨ ਭੁੱਖੇ ਵੀ ਕੱਟਿਆ। ਕਈ ਵਾਰੀ ਚਾਹ ਵੀ ਨਹੀਂ ਹੁੰਦੀ ਸੀ, ਸਿਲੰਡਰ ਵੀ ਨਹੀਂ ਹੁੰਦਾ ਸੀ। ਹੌਲੀ ਹੌਲੀ ਜਿੱਦਾਂ ਜਿੱਦਾਂ ਕਿਤੇ ਤਾਂ ਦਿਆ ਮਿਹਰ ਰੱਬ ਨੇ ਪਾਈ ਉੱਦਾਂ ਉੱਦਾਂ ਸਾਡੇ ਤੱਕ ਪਹੁੰਚੀ ਅਤੇ ਹੌਲੀ 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 ਆਟਾ ਖੰਡ ਪੱਤੀ ਸਭ ਕੁਛ ਹੈਗਾ। ਇੱਦਾਂ ਫਿਰ ਹੁਣ ਰੋਟੀ ਵੀ 2 ਟਾਈਮ ਪਹੁੰਚਦੀ ਭਾਈ। ਜਿੱਥੇ ਇਸ ਟਾਈਮ ਤੁਸੀਂ ਦੇਖਦੇ ਪਏ ਤੁਸੀਂ ਜਿੱਥੇ ਆਏ ਇਹਦਾ ਪੁਲਿਸ ਵਾਲਿਆਂ ਦੇ ਕੁਆਟਰ ਆ ਭਾਈ। ਉਹ ਸਵੇਰੇ ਸ਼ਾਮ ਲੈ ਆਉਂਦੇ ਆ, ਨਹੀਂ ਤਾਂ ਕੋਈ ਨਾ ਕੋਈ ਉਹਦਾ ਪੁੱਛ ਲੈਂਦਾ ਵੀ ਕਿਤੇ ਚੀਜ਼ ਦੀ ਲੋੜ ਹੈ ਤੇ ਦੱਸਦੇ ਵੀ ਰੱਬ ਦੀ ਮਿਹਰ ਪਹੁੰਚ ਜਾਂਦੀ ਸਾਡੇ ਤਾਈਂ ਭਾਈ ਇੰਨੀ ਹੈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵੀਰ ਤਿਲਕ ਰਾਜ ਹੋਣਾ ਨੇ ਆਪ ਸਭ ਸੰਗਤਾਂ ਨੂੰ ਦੱਸਿਆ। ਉੱਥੇ ਬੜੀ ਵੱਡੀ ਗੱਲ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਕਰ ਰਹੇ ਨੇ ਕਿ ਪੁਲਿਸ ਵਾਲੇ ਨੇ ਵੀਰ ਜਿਹੜੇ ਰੋਟੀ ਦੇ ਜਾਂਦੇ ਨੇ ਇਹਨਾਂ ਨੂੰ 2 ਵਕਤ ਦੀ, ਜਾਂ ਕੋਈ ਹੋਰ ਭੈਣ ਭਰਾ ਵੀ ਪਿਆਰ ਵਾਲਾ ਹੁੰਦਾ ਹੈ। ਕਈ ਵਾਰੀ ਇਹਨਾਂ ਨੇ ਦੱਸਿਆ ਹੈ ਕਿ ਭੁੱਖੇ ਵੀ 2-3 ਦਿਨ ਕੱਢੇ ਨੇ। ਇੱਕ ਗੱਲ ਕਿਤੇ ਪੜ੍ਹੀ ਸੀ ਬੜੇ ਕਮਾਲ ਦੀ, ਕਹਿੰਦੇ ਬੰਦਾ ਜਿੰਨੇ ਮਰਜ਼ੀ ਪੈਸੇ ਕਮਾ ਲਵੇ ਨਾ, ਅਤੇ ਅਸੀਂ ਦੇਖਦੇ ਹਾਂ ਕਿ ਬਾਜ਼ਾਰ ਦੇ ਵਿੱਚ ਜਦੋਂ ਜਾਂਦੇ ਹਾਂ ਜਾਂ ਕਿਤੇ ਸਫ਼ਰ 'ਤੇ ਬੜੇ ਬੜੇ ਵੱਡੇ ਪੋਸਟਰ ਲੱਗੇ ਹੁੰਦੇ ਨੇ ਹੋਟਲਾਂ ਦੇ, ਰੈਸਟੋਰੈਂਟ ਦੇ, ਪਰ ਜਦੋਂ ਕਈ ਵਾਰੀ ਦੇਖੀਦਾ ਹੈ ਰਾਤ ਨੂੰ ਹਨੇਰੇ 4 ਜਾਂ 5 ਜਾਂ 2-2:30 ਵਜੇ, ਅਤੇ ਕਈ ਵਾਰੀ ਰਾਤ ਨੂੰ ਜਦੋਂ ਅੱਧੀ ਰਾਤ ਜਾ ਕੇ ਉੱਥੇ ਉਹਨਾਂ ਨੂੰ ਕਹੀਦਾ ਵੀ ਅਸੀਂ ਪ੍ਰਸ਼ਾਦਾ ਛਕਣਾ, ਕਈ ਵਾਰੀ ਉਹ ਵੀ ਕਹਿ ਦਿੰਦੇ ਨੇ ਕਿ ਨਹੀਂ ਢਾਬਾ ਹੁਣ ਬੰਦ ਹੋ ਗਿਆ ਹੈ, ਤੁਸੀਂ ਸਵੇਰੇ ਆਓ। ਪਰ ਕਈ ਤੁਸੀਂ ਦੇਖਿਓ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਸੀਂ ਸਾਰੇ ਪਰਿਵਾਰਾਂ ਵਾਲੇ ਹਾਂ, ਪਰ ਇੱਕ ਮਾਂ ਹੁੰਦੀ ਹੈ ਜਿਹਨੂੰ ਰਾਤ ਦੇ 2-2:30-3 ਵਜੇ ਵੀ ਉੱਠ ਕੇ ਕਹੀਏ ਮਾਂ ਮੈਨੂੰ ਭੁੱਖ ਲੱਗੀ ਹੈ, ਤਾਂ ਮਾਂ ਕਦੇ ਨਹੀਂ ਕਹਿੰਦੀ ਕਿ ਰਾਤ ਬੜੀ ਹੋ ਗਈ ਤੈਨੂੰ ਸਵੇਰੇ ਲਾ ਕੇ ਦਊਂ। ਇਹੀ ਫਰਕ ਹੁੰਦਾ ਹੈ। ਪਰ ਅੱਜ ਸਮਾਂ ਇਵੇਂ ਦਾ ਕਿ ਨਾ ਕੋਈ ਸਿਰ 'ਤੇ ਬਾਪ ਦਾ ਸਾਇਆ ਹੈ, ਨਾ ਮਾਂ ਹੈ, ਨਾ ਬਾਪ, ਨਾ ਭਰਾ ਹੈ, ਨਾ ਭੈਣ ਹੈ। ਅਤੇ ਫਿਰ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜ਼ਿੰਦਗੀ ਕੱਢਣੀ ਬੜੀ ਔਖੀ ਹੈ। ਅਤੇ ਇੱਥੇ ਹੋਰ ਵੀਰ ਵੀ ਸਾਡੇ ਕੋਲ ਹੀ ਮੌਜੂਦ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਹ ਵੀਰ ਨੇ ਜਿਨ੍ਹਾਂ ਦੀ ਇਹ ਜਗ੍ਹਾ ਹੈ, ਉਹਨਾਂ ਦਾ ਬੱਚਾ ਹੈ, ਅਤੇ ਇਹਨਾਂ ਨੂੰ ਪੁੱਛਦੇ ਕਿਉਂਕਿ ਨੇੜੇ ਰਹਿੰਦੇ ਆ ਵੀਰ ਜੀ, ਜਿਵੇਂ ਵੀਰ ਤਿਲਕ ਰਾਜ ਜੀ ਲੰਮੇ ਸਮੇਂ ਤੋਂ ਨੇ, ਅਤੇ ਫਿਰ ਆਪ ਸਭ ਇੱਥੇ ਦੇਖਦੇ ਹੋਣੇ ਇਹਨਾਂ ਨੂੰ ਛੋਟੇ ਹੁੰਦੇ ਤੋਂ ਲੰਮੇ ਸਮੇਂ ਤੋਂ ਰਹਿ ਰਹੇ, ਕਾਫੀ ਦਿੱਕਤ ਦੇ ਵਿੱਚ ਇਹ ਗੁਜ਼ਰ ਰਹੇ ਜ਼ਿੰਦਗੀ। ਹਾਂਜੀ ਹਾਂਜੀ, ਇਹਨਾਂ ਤੋਂ ਨਾ ਹੀ ਕਦੇ ਤੁਰ ਹੁੰਦਾ ਵਾ, ਅਤੇ ਬਾਥਰੂਮ ਵੀ ਬਹੁਤ ਮੁਸ਼ਕਿਲ ਨਾਲ ਹੀ ਜਾਂਦੇ ਹੋ। ਹਾਂਜੀ, ਅਤੇ ਬਾਹਰ ਵੀ ਨਹੀਂ ਨਿਕਲਦੇ। ਪਰ ਜਿਵੇਂ ਕਈ ਵਾਰੀ ਤੁਸੀਂ ਨੇੜੇ ਹੁੰਦੇ ਜੇ, ਆਪਣੀ ਸਾਂਝ ਬਣ ਜਾਂਦੀ ਕਿਉਂਕਿ ਆਪਾਂ ਜਿੱਥੇ ਰਹਿੰਦੇ ਹਾਂ। ਅਤੇ ਇੱਕ ਵੀਰ ਦਾ ਤਾਂ ਮੈਂ ਚਲੋ ਥੋੜ੍ਹਾ ਹੀ ਸਮਾਂ ਲਏ ਸੀ, ਥੋੜ੍ਹੀ ਗੱਲ ਕੀਤੀ, ਪਰ ਮੈਨੂੰ ਸੁਭਾਅ ਬੜਾ ਵਧੀਆ ਲੱਗਾ ਵੀ ਹੱਸਮੁਖ ਆ। ਅਤੇ ਫਿਰ ਆਪ ਹੈਲਪ ਵੀ ਕਰਦੇ ਜੀ ਇਹਨਾਂ ਦੀ ਥੋੜ੍ਹੀ ਬਹੁਤੀ? ਹਾਂਜੀ ਹਾਂਜੀ, ਮਾੜੀ ਮੋਟੀ ਹੈਲਪ ਕਰਦੇ ਰਹੀਦੇ। ਹਾਂਜੀ, ਹੁਣ ਮੈਂ ਸੰਗਤਾਂ ਵੱਲੋਂ ਅਸੀਂ ਇੱਥੇ ਆਏ ਹਾਂ ਇਹਨਾਂ ਦਾ ਹਾਲ ਚਾਲ ਪੁੱਛਣ ਲਈ, ਅਤੇ ਸੰਗਤਾਂ ਵੱਲੋਂ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਅਤੇ ਮੈਂ ਚਾਹੁੰਦਾ ਜ਼ਰੂਰ ਤੁਸੀਂ ਸੰਗਤ ਨੂੰ ਤੁਸੀਂ ਵੀ ਕੁਛ ਬੇਨਤੀ ਕਰਨਾ ਚਾਹੁੰਦੇ ਹੋ ਇਹਨਾਂ ਦੇ ਇਲਾਜ ਲਈ? ਹਾਂਜੀ ਹਾਂਜੀ, ਇਹਨਾਂ ਦੀ ਮਦਦ ਤਾਂ ਕੀਤੀ ਜਾਣੀ ਚਾਹੀਦੀ। ਅੱਛਾ ਜੀ। ਹਾਂ, ਉੱਥੇ ਕਈ ਵਾਰੀ ਵੀਰ ਸਾਨੂੰ ਇਹ ਵੀ ਸਿੱਖਣ ਨੂੰ ਜਿਵੇਂ ਵੀਰ ਹੋਣਾ ਤੋਂ ਮਿਲਦਾ ਹੈ ਵੀ ਆਪਾਂ ਸਾਰੇ ਪਰਿਵਾਰਾਂ ਵਾਲੇ ਅੱਜ ਅਸੀਂ ਨਿੱਕੀ ਜਿਹੀ ਚੀਜ਼ ਕਹਿੰਦੇ ਹਾਂ ਅਤੇ ਮਾਤਾ ਪਿਤਾ ਸਾਨੂੰ ਹਾਜ਼ਰ ਕਰ ਦਿੰਦੇ ਨੇ। ਉੱਥੋਂ ਜਿਵੇਂ ਵੀਰ ਤਿਲਕ ਰਾਜ ਹੋਣੇ ਅੱਜ ਜ਼ਿੰਦਗੀ ਕੱਢਣ ਦੇ, ਸਾਨੂੰ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿ ਨਹੀਂ? ਹਾਂਜੀ ਹਾਂਜੀ ਮੈਮ, ਠੀਕ ਹੈ। ਚਲੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਛੋਟਾ ਵੀਰ ਸੀ ਇਹਨਾਂ ਦਾ ਜਿਨ੍ਹਾਂ ਦੀ ਇਹ ਜਗ੍ਹਾ ਹੈ। ਅਤੇ ਮੈਂ ਦੇਖਿਆ ਜਦੋਂ ਆਣ ਕੇ, ਚਲੋ ਅਸੀਂ ਕੈਪਚਰ ਨਹੀਂ ਕਰ ਸਕੇ, ਪਰ ਆਉਂਦਿਆਂ ਵੀ ਇਹਨਾਂ ਨੇ ਵੀਰ ਤਿਲਕ ਰਾਜ ਦੇ ਗੋਡੀ ਹੱਥ ਲਾਇਆ। ਇੱਥੋਂ ਇਹ ਚੀਜ਼ ਪਤਾ ਹੁੰਦੀ ਹੈ ਕਿ ਸਿੱਖਿਆ ਮਾਤਾ ਪਿਤਾ ਨੇ ਕਿੰਨੀ ਵੱਡੀ ਦਿੱਤੀ ਹੈ, ਅਤੇ ਕਿਸੇ ਦੇ ਅੱਗੇ ਸਿਰ ਵੀ ਉਦੋਂ ਝੁਕਾਇਆ ਜਾਂਦਾ ਹੈ ਜਦੋਂ ਉਹਦੀ ਸੁਰਤ ਸਾਡੇ ਨਾਲੋਂ ਉੱਚੀ ਹੋਵੇ
ਜਾਂ ਉਹਦਾ ਸੁਭਾਅ ਸਾਡੇ ਨੂੰ ਵੱਡਾ ਹੋਵੇ। ਅਤੇ ਇਸ ਕਰਕੇ ਇਹ ਚੀਜ਼ ਦਾ ਇਹ ਪ੍ਰਤੀਕ ਮਨ ਬੜਾ ਖੁਸ਼ ਹੋਇਆ, ਕਿਉਂਕਿ ਅੱਜ ਜਦੋਂ ਕਿਉਂਕਿ ਸਾਡੇ ਤੋਂ ਪੈਸਾ ਹੁੰਦਾ ਹੈ, ਦੌਲਤ ਹੁੰਦੀ ਹੈ, ਅਤੇ ਕੋਈ ਪਰਾਇਆ, ਕੋਈ ਲੱਖ ਬੇਗਾਨਾ ਵੀ ਆਣ ਕੇ ਸਾਨੂੰ ਗਲ ਵਿੱਚ ਲੈਂਦਾ ਹੈ, ਕਿਤੇ ਔਖੇ ਵੇਲੇ ਕੰਮ ਆਊਗਾ। ਪਰ ਅਸਲੀ ਸਾਡੇ ਆਪਣਿਆਂ ਦੀ ਅਤੇ ਪਿਆਰ ਕਰਨ ਵਾਲਿਆਂ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਸਾਡੇ 'ਤੇ ਔਖਾ ਸਮਾਂ ਆਉਂਦਾ ਹੈ। ਇੱਕ ਕਵੀ ਦੇ ਬੋਲ ਨੇ, ਉਹ ਕਹਿੰਦਾ, ਸੁੱਖਾਂ ਵੇਲੇ ਸਾਰੀ ਦੁਨੀਆ ਟੁੱਕ ਟੁੱਕ ਨੇੜੇ ਬਹਿੰਦੀ ਏ, ਪਰਖੇ ਜਾਵਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਏ। ਕਿ ਸੁੱਖਾਂ ਵੇਲੇ ਤਾਂ ਸਾਰੀ ਦੁਨੀਆ ਜਿਹੜੀ ਏ, ਮੈਂ ਤੇਰਾ ਭਰਾ ਵਾਂ, ਭੈਣ ਆ, ਪਰ ਜਦੋਂ ਔਖੀ ਘੜੀ ਆਉਂਦੀ ਏ ਉਦੋਂ ਪਤਾ ਲੱਗਦਾ ਹੈ ਕਿ ਕਿਹੜਾ ਸਾਡਾ ਆਪਣਾ ਏ ਅਤੇ ਕਿਹੜਾ ਬੇਗਾਨਾ ਏ। ਅਤੇ ਉਸੇ ਸੱਚਾਈ ਦਾ ਉਹ ਪ੍ਰਤੀਕ ਏ। ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅਖੀਰ 'ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਿ ਵੀਰ ਨੂੰ ਬੜੇ ਲੰਮੇ ਸਮੇਂ ਤੋਂ ਇਹ ਦਿੱਕਤ ਹੈ, ਪਰ ਫਾਈਨੈਂਸ਼ੀਅਲੀ ਪੱਖ ਅਤੇ ਪਰਿਵਾਰ ਦੇ ਵਿੱਚ ਕੋਈ ਨਾ ਹੋਣ ਕਰਕੇ ਜਿਹੜਾ ਉਹ ਇਹਨਾਂ ਦੀ ਕੋਈ ਹੈਲਪ ਨਹੀਂ ਕਰ ਸਕਿਆ। ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਵੀਰ ਤਿਲਕ ਰਾਜ ਹੋਣਾ ਦਾ ਪਤਾ ਲੈਣ ਲਈ ਸ਼ਹਿਰ ਕਪੂਰਥਲਾ ਪਹੁੰਚੇ ਹਾਂ। ਅਤੇ ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਵੀਰ ਤਿਲਕ ਰਾਜ ਨੂੰ ਵੀ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾ ਰਹੇ ਹਾਂ, ਅਤੇ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਜ਼ਰੂਰ ਵੀਰ ਤਿਲਕ ਰਾਜ ਦਾ ਸਾਥ ਦਿਓਗੇ, ਅਤੇ ਜ਼ਰੂਰ ਇਹਨਾਂ 'ਤੇ ਜਿਹੜੀ ਔਖੀ ਘੜੀ ਹੈ, ਜਿਹੜਾ ਇਹ ਬਿਪਤਾ ਦਾ ਸਮਾਂ ਹੈ, ਅਤੇ ਇਹਨੂੰ ਦੂਰ ਕਰੋਗੇ, ਕਿਉਂਕਿ ਗੁਰੂ ਹੀ ਹੈ ਜਿਹੜਾ ਸਾਨੂੰ ਦੁੱਖਾਂ ਦਲਿੱਦਰਾਂ ਦੇ ਵਿੱਚੋਂ ਕੱਢ ਕੇ ਅਤੇ ਇੱਕ ਸੁੱਖ ਦਾ ਰਾਹ ਵਿਖਾਉਂਦਾ ਹੈ। ਅਤੇ ਉਹ ਗੁਰੂ ਇਸ ਵਕਤ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਵਿੱਚ ਜਿਹੜਾ ਹੈ ਉਹ ਵਸ ਰਿਹਾ ਹੈ। ਅਸੀਂ ਸਾਹਿਬਾਂ ਦੀ ਬਾਣੀ ਦਾ ਵੀ ਇਹ ਬਚਨ ਪੜ੍ਹਦੇ ਹਾਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਸੋ ਆਪ ਜੀ ਦੇ ਵਿੱਚ ਉਹ ਵਰਤ ਰਿਹਾ ਹੈ। ਅਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਦੀ ਇਸ ਵਕਤ ਹੌਸਲੇ ਦੀ ਵੀਰ ਤਿਲਕ ਰਾਜ ਨੂੰ ਬੜੀ ਲੋੜ ਹੈ, ਤਾਂ ਜੋ ਇਸ ਬਿਪਤਾ ਦੀ ਘੜੀ ਦੇ ਵਿੱਚੋਂ ਨਿਕਲ ਕੇ ਇੱਕ ਚੰਗੀ ਜ਼ਿੰਦਗੀ ਜੂ ਸਕੇ। ਕਿਉਂਕਿ ਹੁਣ ਵੀਰ ਜੰਗ ਏ, ਹਾਲੇ ਥੋੜ੍ਹਾ ਰਿੜ ਕੇ ਆਪਣਾ ਕੋਈ ਬੰਦੋਬਸਤ ਕਰ ਲੈਂਦੇ ਨੇ, ਪਰ ਜਿਵੇਂ ਜਿਵੇਂ ਉਮਰ ਵੱਡੀ ਹੋਣੀ ਹੈ, ਬੁਢੇਪਾ ਹੋਣਾ ਹੈ, ਕੋਈ ਪਰਿਵਾਰ ਦੇ ਵਿੱਚ ਹੈ ਨਹੀਂ, ਅਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਸਰ ਕਰਨੀ ਬੜੀ ਔਖੀ ਹੈ। ਕਿਉਂਕਿ ਸਮੇਂ ਦਾ ਕੁਛ ਪਤਾ ਨਹੀਂ ਹੈ, ਸਮੇਂ ਨੇ ਕਿਹੜੀ ਮਾਰ ਦੇਣੀ ਹੈ। ਸੋ ਇਸ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦਾ ਸੰਯੋਗ ਮਿਲ ਜਾਵੇ ਅਤੇ ਵੀਰ ਜੀ ਹੁਣਾਂ ਦਾ ਇਲਾਜ ਜਿਹੜਾ ਵਾ ਉਹ ਸ਼ੁਰੂ ਹੋ ਸਕਦਾ ਹੈ, ਅਤੇ ਉਹ ਆਪਣੇ ਪੈਰਾਂ 'ਤੇ ਜਿਹੜੇ ਨੇ ਤੁਰ ਫਿਰ ਕੇ ਇੱਕ ਆਪਣੀ ਚੰਗੀ ਜ਼ਿੰਦਗੀ ਜਿਊ ਸਕਦੇ ਨੇ। ਸੋ ਇਤਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਪਰੂਵ ਕਰ ਜਾਣਗੇ ਟਾਈਮ ਨਾਲ। ਜਦੋਂ ਪਹਿਲੇ ਨਸਾਂ ਦਬੀਆਂ ਸੀਗੀਆਂ, ਆਪਰੇਸ਼ਨ ਕੀਤਾ, ਆਪਰੇਸ਼ਨ ਤੋਂ ਬਾਅਦ ਨਸਾਂ ਖੁੱਲ੍ਹ ਗਈਆਂ। ਹੁਣ ਕਰੰਟ ਫਲੋ ਜਦੋਂ ਆਏਗਾ ਨਾ ਨੀਚੇ ਪ੍ਰੋਪਰ, ਉਹ ਸੈਂਸ ਚੇਂਜ ਹੋਏਗੀ। ਪਹਿਲੇ ਟਾਈਟ ਸੈਂਸ ਸੀਗੀ, ਹੁਣ ਲੂਜ਼ ਸੈਂਸ ਆਏਗੀ, ਅਤੇ ਫਿਰ ਉਹ ਆਪਣੇ ਆਪ ਸੈਟਲ ਹੋ ਜਾਏਗਾ। ਹਲੇ ਤੁਹਾਨੂੰ ਡਿਫਰੈਂਟ ਮਹਿਸੂਸ ਹੋਣਾ ਹੀ ਹੋਣਾ, ਇਹ ਤੁਹਾਨੂੰ 2 ਮਹੀਨੇ ਡਿਫਰੈਂਸ ਮਹਿਸੂਸ ਹੋਣਾ, ਕਿਉਂਕਿ ਆਪਾਂ 8 ਸਾਲਾਂ ਤੋਂ ਇੱਦਾਂ ਹੀ ਚੱਲ ਰਹੇ ਹਾਂ। ਇੱਕਦਮ ਹੁਣ ਲੂਜ਼ ਹੋਇਆ ਕੰਮ, ਅਤੇ ਫਿਰ ਉਹ ਆਪਣੇ ਆਪ ਧੀਰੇ ਧੀਰੇ ਹੋ ਜਾਏਗਾ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਿਛਲੇ ਦਿਨੀਂ ਆਪ ਸਭ ਸੰਗਤਾਂ ਦੇ ਨਾਲ ਇੱਕ ਮਰੀਜ਼ ਦੀ ਸਾਂਝ ਪਾਈ ਸੀ, ਵੀਰ ਤਿਲਕ ਰਾਜ ਉਰਫ ਬਬਲੂ, ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਦਾ ਇੱਕ ਓਪਰੇਟ ਜਿਹੜਾ ਵਾ ਹੋ ਗਿਆ ਹੈ। ਸਾਡੇ ਕੋਲ ਇਸ ਵਕਤ ਰਾਊਂਡ ਦੇ ਉੱਪਰ ਆਏ ਸਨ ਡਾਕਟਰ ਰਾਘਵ ਵਾਧਵਾ ਜੀ, ਅਤੇ ਮੌਜੂਦ ਨੇ, ਅਤੇ ਆਓ ਆਪ ਸਭ ਸੰਗਤਾਂ ਦੀ ਅਸੀਂ ਉਹਨਾਂ ਦੇ ਨਾਲ ਵੀ ਸਾਂਝ ਪਵਾਉਂਦੇ ਹਾਂ। ਡਾਕਟਰ ਸਾਹਿਬ ਕੀ ਹਾਲ ਹੈ ਹੁਣ ਬਬਲੂ ਉਹਨਾਂ ਦਾ? ਹਾਂਜੀ, ਤਿਲਕ ਰਾਜ ਜੀ ਅੱਜ ਬੈਟਰ ਕੰਡੀਸ਼ਨ 'ਚ ਨੇ ਥੋੜ੍ਹੇ ਜਿਹੇ, ਔਰ ਜਿਸ ਤਰ੍ਹਾਂ ਤੁਹਾਨੂੰ ਪਿਛਲੀ ਅਸੀਂ ਮੀਟਿੰਗ 'ਚ ਦੱਸਿਆ ਸੀਗਾ ਕਿ ਇਹਨਾਂ ਦੇ 2 ਤਰ੍ਹਾਂ ਦੇ ਆਪਰੇਸ਼ਨ ਕਰਾਂਗੇ। ਅਸੀਂ ਹਲੇ ਇਹਨਾਂ ਦਾ ਪਹਿਲਾ ਆਪਰੇਸ਼ਨ ਕੀਤਾ, ਜਿਹਦੇ ਵਿੱਚ ਅਸੀਂ ਵਿਚਕਾਰਲੀ ਰੀੜ੍ਹ ਦੀ ਹੱਡੀ ਤੋਂ ਜਿਹੜਾ ਦਬਾਅ ਸੀ ਉਹ ਚੁੱਕਿਆ, ਔਰ ਆਪਰੇਟ ਕਰਨ ਤੋਂ ਬਾਅਦ ਅਸੀਂ ਉਹ ਨਾੜ ਜਿਹੜੀ ਅਸੀਂ ਰਿਲੀਜ਼ ਕੀਤੀ, ਔਰ ਉਹਨੂੰ ਫਿਰ ਅਸੀਂ ਸਕਰੂ ਫਿਕਸੇਸ਼ਨ ਕਰਤਾ, ਮਤਲਬ ਰੋਡ 'ਤੇ ਸਪਾਈਨ ਦੇ ਵਿੱਚ ਸਕਰੂ ਪਾ ਕੇ ਉਹਨੂੰ ਫਿਕਸ ਕਰਤਾ, ਤਾਂ ਕਿ ਇਹਨਾਂ ਨੂੰ ਬੈਠਣ ਦੇ ਵਿੱਚ ਕੋਈ ਦਿੱਕਤ ਨਾ ਆਏ। ਜਿਹੜਾ ਏਰੀਆ ਜਿੱਥਾ ਆਪਰੇਟ ਕੀਤਾ ਜਿਹਦਾ,
ਉਹ ਸਾਡਾ ਉੱਠ ਕੇ ਬੈਠਣ ਨਾਲ ਡੀਲ ਕਰਦਾ ਹੈ। ਅਗਰ ਉੱਥੇ ਅਸੀਂ ਫਿਕਸੇਸ਼ਨ ਨਾ ਕਰੀਏ ਤਾਂ ਮਰੀਜ਼ ਉੱਠ ਕੇ ਬੈਠ ਨਹੀਂ ਸਕਦਾ। ਸੋ ਅੱਜ ਉਹ ਫਿਕਸ ਨੇ, ਅੱਜ ਉਹ ਆਪਣੇ ਆਪ ਬੈਠ ਸਕਦੇ ਨੇ, ਕਿਉਂਕਿ ਅਸੀਂ ਉਹਨੂੰ ਉੱਥੋਂ ਨਾੜਾ ਰਿਲੀਜ਼ ਕਰਕੇ, ਦਬਾਅ ਬਹੁਤ ਜ਼ਿਆਦਾ ਸੀਗਾ, ਨਾੜ 'ਤੇ ਸੋਜਾ ਵੀ ਪਿਆ ਸੀਗਾ, ਅਸੀਂ ਉਹਨੂੰ ਰਿਲੀਜ਼ ਕਰਕੇ ਉਹਨੂੰ ਫਿਕਸ ਕਰਤਾ ਅਤੇ ਅੱਜ ਬੈਠ ਰਹੇ ਨੇ। ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੀ ਕੰਡੀਸ਼ਨ ਠੀਕ ਹੋ ਜਾਂਦੀ, ਸਰੀਰ ਥੋੜ੍ਹਾ ਜਿਹਾ ਹੋਰ ਤਾਕਤਵਰ ਹੋ ਜਾਂਦਾ ਦਵਾਈਆਂ ਦੇ ਕੇ, ਕੁਝ ਫੀਡਸ ਦੇ ਕੇ, ਅਤੇ ਅਸੀਂ ਫਿਰ ਲੇਟਰ ਔਨ ਇਹਨਾਂ ਦਾ ਸੈਕਿੰਡ ਓਪਰੇਸ਼ਨ ਪਲਾਨ ਕਰਾਂਗੇ। ਉਹ ਸੈਕਿੰਡ ਓਪਰੇਸ਼ਨ ਇਹਨਾਂ ਦਾ ਨਿਚਲੇ ਧੜ ਦਾ ਹੋਏਗਾ, ਨਿਚਲੇ ਰੀੜ੍ਹ ਦੀ ਹੱਡੀ ਦਾ ਹੋਏਗਾ, ਉੱਥੇ ਵੀ ਕਾਫੀ ਜ਼ਿਆਦਾ ਦਬਾਅ ਹੈ। ਸੋ ਇਹਨਾਂ ਦੇ ਮੇਜਰ 3 ਦਬਾਅ ਸੀਗੇ, ਇੱਕ ਸਰਵਾਈਕਲ ਗਰਦਨ ਦੇ ਲੈਵਲ ਦਾ, ਇੱਕ ਵਿਚਕਾਰ ਅਤੇ ਥੱਲੇ ਵਾਲਾ। ਸੋ ਅਸੀਂ ਵਿਚਕਾਰਲਾ ਪਹਿਲੇ ਕੀਤਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਦਬਾਅ ਸੀ, ਉਹਦੇ ਕਾਰਨ ਇਹਨਾਂ ਦਾ ਥੱਲੇ ਕਰੰਟ ਫਲੋ ਨਹੀਂ ਆ ਰਿਹਾ ਸੀਗਾ। ਅਤੇ ਇਹ ਭਾਈ ਸਾਹਿਬ 8 ਸਾਲ ਤੋਂ ਬੈੱਡ 'ਤੇ ਆ ਚੁੱਕੇ ਸੀ, ਅਤੇ ਜਾਂ ਫਿਰ ਹਾਰਡਲੀ ਹੀ ਕਦੀ ਕਿਸੇ ਸਪੋਰਟ ਨਾਲ ਕਿਤੇ ਟੋਇਲਟ ਬਾਥਰੂਮ ਜਾ ਸਕਦੇ ਸੀ। ਅਤੇ ਹੁਣ ਸੈਕਿੰਡ ਓਪਰੇਸ਼ਨ ਸਾਡਾ ਅਪਰੋਕਸੀਮੇਟਲੀ ਮਹੀਨੇ ਬਾਅਦ ਹੀ ਹੋਏਗਾ, ਜਦੋਂ ਇਹਨਾਂ ਦਾ ਜਿਹੜਾ ਬੋਡੀ ਹੈ ਥੋੜ੍ਹੀ ਜਿਹੀ ਪਾਵਰਫੁਲ ਹੋ ਜਾਂਦੀ ਹੈ, ਉਹ ਓਪਰੇਸ਼ਨ ਨੂੰ ਝੇਲਣ ਜੋਗੀ ਹੋ ਜਾਏਗੀ। ਅਸੀਂ ਸੈਕਿੰਡ ਓਪਰੇਸ਼ਨ ਕਰਾਂਗੇ ਔਰ ਉਹ ਓਪਰੇਸ਼ਨ ਥੱਲੇਲੇ ਧੜ ਦਾ ਕਰਾਂਗੇ ਤਾਂ ਕਿ ਜਿਹੜੀ ਪੂਰਾ ਹੀ ਨੀਚੋਂ ਦਬਾਅ ਨਿਕਲ ਜਾਏਗਾ, ਫਿਰ ਕਰੰਟ ਅੱਛਾ ਫਲੋ ਕਰੇਗਾ ਔਰ ਮੂਵਮੈਂਟਸ ਜ਼ਿਆਦਾ ਆਉਣ ਦੇ ਚਾਂਸਿਸ ਹੈ, ਪਾਵਰ ਜ਼ਿਆਦਾ ਇੰਪਰੂਵ ਹੋਣ ਦੇ ਚਾਂਸਿਸ ਹੈ ਉਹਦੇ ਨਾਲ। ਸੋ ਅੱਜ ਸਾਨੂੰ 8ਵਾਂ ਦਿਨ ਹੋ ਗਿਆ ਜੀ ਓਪਰੇਸ਼ਨ ਦਾ। ਸੋ ਇਹਨਾਂ ਦੀ ਹਾਲਤ ਹੌਲੀ ਹੌਲੀ ਇੰਪਰੂਵ ਹੋ ਰਹੀ ਹੈ, ਡਾਈਟ ਅੱਛੀ ਲੈ ਰਹੇ ਨੇ। ਅਸੀਂ ਇਹਨਾਂ ਦੀ ਕਾਫੀ ਫਿਜ਼ੀਓਥੈਰੇਪੀ ਵੀ ਕਰਵਾ ਰਹੇ ਹਾਂ ਤਾਂ ਕਿ ਲੱਤਾਂ ਦੀ ਜਿਹੜੀ ਹੈ ਪਾਵਰ ਔਰ ਉਹਦੇ 'ਚ ਕਰੰਟ ਪ੍ਰੋਪਰ ਚੱਲਦਾ ਰਹੇ। ਸੋ ਆਉਣ ਵਾਲੇ ਸਮੇਂ 'ਚ ਇਹੋ ਹੀ ਉਮੀਦ ਕਰਦੇ ਹਾਂ ਕਿ ਇਹ ਤਿਲਕ ਰਾਜ ਜੀ ਸਾਡੇ ਕੋਲ ਆਪਣੇ ਪੈਰਾਂ 'ਤੇ ਤੁਰਨਗੇ ਸਾਡੇ ਸਾਹਮਣੇ ਔਰ ਪਰਮਾਤਮਾ ਦਾ ਸ਼ੁਕਰ ਕਰਨਗੇ। ਜਿਹੜੀ ਦਿਮਾਗ ਹੈ, ਸੋਚ ਹੈ, ਜਦੋਂ ਸਾਡੇ ਦਿਮਾਗ 'ਤੇ ਬਰਡਨ ਪ੍ਰੈਸ਼ਰ ਪੈ ਜਾਣਾ, ਘਰ ਦੇ ਬੰਦੇ ਜੀ ਸਾਥ ਛੱਡ ਕੇ ਔਰ ਉਸ ਤੋਂ ਬਾਅਦ ਹੁਣ ਮੇਰੀ ਜ਼ਿੰਦਗੀ ਕਿਵੇਂ ਚੱਲਣੀ ਹੈ, ਮੇਰਾ ਸਰਮਾਇਆ ਕਿਵੇਂ ਚੱਲਣਾ ਹੈ, ਉਹਦੇ ਕਾਰਨ ਪਰੇਸ਼ਾਨੀਆਂ ਵੱਧ ਜਾਂਦੀਆਂ ਅਤੇ ਇਨਸਾਨ ਆਪਣੀ ਕੇਅਰ ਕਰਨੀ ਵੀ ਛੱਡ ਦਿੰਦਾ ਹੈ। ਇਹ ਜ਼ਰੂਰ ਦੇਖਿਆ ਗਿਆ ਕਿ ਕੋਈ ਲੋਕ ਮੇਜਰ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਆਪਣੇ ਆਪ ਨੂੰ ਭੁੱਲ ਜਾਂਦੇ ਨੇ, ਇਕੱਲੇ ਰਹਿ ਜਾਂਦੇ ਨੇ। ਬਹੁਤ ਜ਼ਿਆਦਾ ਮਰੀਜ਼ ਅਸੀਂ ਦੇਖਦੇ ਹਾਂ ਜਿਹੜੇ ਨਿਗਲੈਕਟਿਡ ਹੁੰਦੇ ਆ, ਜਿਨ੍ਹਾਂ ਦਾ ਕੇਅਰ ਕਰਨ ਵਾਲਾ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਡਿਪਰੈਸ਼ਨ 'ਚ ਚੱਲ ਰਹੇ ਨੇ, ਦਿਮਾਗੀ ਸੋਚ ਦੇ ਕਾਰਨ ਵੀ ਹੈ। ਔਰ ਦੂਸਰਾ ਗੱਲ ਹੈ ਕਿ ਕਿਸੇ ਦੇ ਕੋਲ ਨਹੀਂ ਇੰਨੇ ਪੈਸੇ ਹੁੰਦੇ ਕਿ ਉਹ ਇਲਾਜ ਵੀ ਕਰਾ ਲਵੇ। ਸੋ ਦੇਰ ਆਰ ਮਲਟੀਪਲ ਰੀਜ਼ਨ, ਮਤਲਬ ਕਹਿੰਦੇ ਆ ਇੱਕ ਬਿਮਾਰੀ ਨੂੰ ਆਉਣ ਦੇ ਸਰੀਰ 'ਚ 1000 ਕਾਰਨ ਹੁੰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਹੁਣਾਂ ਦਾ। ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲਕ ਰਾਜ ਉਰਫ ਬਬਲੂ ਵੀਰ ਦੀ ਸਾਂਝ ਪਵਾਈ ਸੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਇਸ ਮਹੀਨੇ ਦੀ 2 ਤਰੀਕ ਨੂੰ ਵੀਰ ਬਬਲੂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਹਦੇ ਦੌਰਾਨ ਉਹਨਾਂ ਦਾ ਇੱਕ ਓਪਰੇਟ ਜਿਹੜਾ ਵਾ ਰੀੜ੍ਹ ਦੀ ਹੱਡੀ ਦਾ ਉਹ ਹੋ ਗਿਆ ਡਾਕਟਰ ਰਾਘਵ ਵਾਧਵਾ ਵੱਲੋਂ। ਲੰਮੇ ਸਮੇਂ ਤੋਂ ਉਹਨਾਂ ਦਾ ਜਿਹੜਾ ਥੱਲੜਾ ਧੜ ਸੀ ਜਿਹੜਾ ਉਹ ਖਲੋਤਾ ਹੋਇਆ ਸੀ, ਦੋਨਾਂ ਲੱਤਾਂ ਜਿਹੜੀਆਂ ਉਹ ਕੰਮ ਨਹੀਂ ਸੀ ਕਰਦੀਆਂ।
ਤੇ ਅੱਜ 27 ਦਿਨ ਹੋ ਗਏ ਨੇ ਉਹਨਾਂ ਨੂੰ ਲਗਭਗ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ। ਤੇ ਅੱਜ ਉਹਨਾਂ ਨੂੰ ਛੁੱਟੀ ਮਿਲ ਗਈ ਸੀ। ਛੁੱਟੀ ਦੌਰਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹਨਾਂ ਦਾ ਆਪਰੇਟ ਤੇ ਹੋ ਗਿਆ ਸੀ, ਪਰ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਸਕੰਜੇ ਲੱਗਣੇ ਸੀ, ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀ ਉਹਨਾਂ ਨੂੰ ਥੋੜ੍ਹੀ ਹੈਲਪ ਮਿਲ ਜਾਵੇ ਤੇ ਉਹ ਆਪਣਾ ਤੁਰਨਾ ਫਿਰਨਾ ਜਿਹੜਾ ਵਾ ਉਹ ਸ਼ੁਰੂ ਕਰ ਦੇਣ, ਕਿਉਂਕਿ ਲੰਮੇ ਸਮੇਂ ਤੋਂ ਵੀਰ ਬੱਬਲੂ ਜੀ ਜਿਹੜੇ ਸੀ ਉਹ ਬੈੱਡ ਰੈਸਟ 'ਤੇ ਸੀ। ਪਰਿਵਾਰ ਦੀ ਵੀ ਗੱਲਬਾਤ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝੀ ਕੀਤੀ ਸੀ। ਘਰ ਦਾ ਮਾਹੌਲ ਵੀ ਦੱਸਿਆ ਸੀ ਕਿ ਕਿਰਾਏ 'ਤੇ ਰਹਿੰਦੇ ਨੇ, PCR ਵਾਲੇ ਵੀਰ ਹੀ ਨੇ ਜਿਹੜੇ ਉਹਨੂੰ 2 ਵਕਤ ਦੀ ਰੋਟੀ ਦਿੰਦੇ ਨੇ। ਤੇ ਇਸ ਵਕਤ ਅਸੀਂ ਵੀਰ ਬੱਬਲੂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੇ ਹਾਂ। INA ਵਾਲੇ ਵਰਕਸ਼ਾਪ ਜਿਹੜੇ ਬਨੌਟੀ ਅੰਗ ਬਣਾਉਂਦੇ ਨੇ ਉਹਨਾਂ ਦੇ ਕੋਲੋਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਹੁੰਚ ਕੀਤੀ ਸੀ। ਤੇ ਜਿਹੜਾ ਸਕੰਜਿਆਂ ਦਾ ਤੇ ਨਾਲ ਬੂਟਾਂ ਦਾ ਸੀ ਜਿਹੜਾ ਉਹ ਖਰਚਾ ਜਿਹੜਾ ਸੀ ਜਿਸ ਦਿਨ ਪਹਿਲਾਂ ਆਏ ਸੀ ਇੱਕ ਦਿਨ, ਤੇ ਉਹਨਾਂ ਨੇ 20,000 ਲਗਭਗ ਦੱਸਿਆ ਸੀ। ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਵੀਰ ਬੱਬਲੂ ਨੂੰ ਇੱਥੇ ਲਿਆਂਦਾ ਗਿਆ। ਛੁੱਟੀ ਉਹਨਾਂ ਦੀ ਹੋ ਗਈ ਏ ਤੇ ਅੱਜ ਉਹਨਾਂ ਨੂੰ ਜਿਹੜਾ ਸਕੰਜੇ ਲੱਗਣੇ ਨੇ, ਜਿਹੜੇ ਬੂਟ ਨੇ ਉਹ ਪਵਾ ਕੇ ਤੇ ਫਿਰ ਉਹਨਾਂ ਨੂੰ ਕਪੂਰਥਲੇ ਛੱਡ ਦਿੱਤਾ ਜਾਵੇਗਾ ਆਪ ਸਭ ਸੰਗਤਾਂ ਦੇ ਨਾਲ। ਤੇ ਆਓ ਆਪ ਸਭ ਸੰਗਤਾਂ ਨੂੰ ਵੀ ਦਿਖਾਉਂਦੇ ਹਾਂ ਜਿੱਥੇ ਵੀਰ ਬੱਬਲੂ ਦੇ ਸਕੰਜੇ ਲੱਗ ਰਹੇ ਨੇ, ਬੂਟ ਪੈ ਰਹੇ ਨੇ। ਤੇ ਉਹਨਾਂ ਭਾਈ ਸਾਹਿਬ ਹੁਣਾਂ ਨਾਲ ਵੀ ਗੱਲ ਕਰਵਾਵਾਂਗੇ ਜਿਹੜੀ ਇਹ ਲੰਮੇ ਸਮੇਂ ਤੋਂ ਇਹ ਸੇਵਾ ਕਰ ਰਹੇ ਨੇ, ਬਹੁਤ ਹੀ ਜਿਹੜੇ ਅੰਗਹੀਨ ਵੀਰ ਨੇ ਉਹਨਾਂ ਦੀ ਮਦਦ ਕਰ ਰਹੇ ਨੇ। ਤੇ ਆਓ ਆਪ ਸਭ ਸੰਗਤਾਂ ਦੀ ਹੁਣ ਉਹਨਾਂ ਦੇ ਨਾਲ ਸਾਂਝ ਪਾਉਂਦੇ। ਅੱਜ ਅਸੀਂ ਵੀਰ ਬੱਬਲੂ ਉਹਨਾਂ ਨੂੰ ਛੁੱਟੀ 'ਤੇ ਮਿਲ ਗਈ ਏ। ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹਨਾਂ ਦਾ ਆਪਰੇਟ ਬੜਾ ਵਧੀਆ ਹੋ ਗਿਆ ਏ। ਤੇ ਅੰਮ੍ਰਿਤਸਰ ਲੈ ਕੇ ਆਏ ਹਾਂ ਜਿੱਥੇ ਬਨੌਟੀ ਅੰਗ ਲੱਗਦੇ ਨੇ। ਤੇ ਇਸ ਵਕਤ ਅਸੀਂ ਉੱਥੇ ਮੌਜੂਦ ਹਾਂ ਅੰਮ੍ਰਿਤਸਰ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਵੀਰ ਜੀ ਆਪ ਜੀ ਨੂੰ ਇਸ ਵਕਤ ਪੂਰੀਆਂ ਸੰਗਤਾਂ ਦੇਖ ਰਹੀਆਂ ਨੇ, UK ਦੀਆਂ ਵੀ ਯੂਰਪ ਦੀਆਂ ਵੀ, ਕੀ ਹੁਣ ਇਹਦੇ ਨਾਲ ਕੀ ਇਹਨਾਂ ਦੇ ਮਤਲਬ ਤਬਦੀਲੀ ਆਵੇਗੀ ਜਿਹੜੇ ਆਪਾਂ ਸਕੰਜੇ ਲਾ ਇਹਦੇ ਨਾਲ ਸ਼ਿਕੰਜੇ ਲਗਾਉਣ ਨਾਲ ਸਾਡਾ ਇਹ ਹੋਏਗਾ ਜੀ ਕਿ ਇਹਨਾਂ ਦਾ ਪ੍ਰੋਪਰ ਜਿਹੜਾ ਬੈਲੈਂਸ ਮੇਨਟੇਨ ਕਰਕੇ ਰੱਖਾਂਗੇ। ਠੀਕ ਹੈ, ਉਸ ਤਰ੍ਹਾਂ ਕੀ ਹੈ ਕਿ ਉੱਦਾਂ ਜਿੱਦਾਂ ਅਸੀਂ ਸਪਾਈਨ ਵਿਦਾਊਟ ਜਿੱਦਾਂ ਇਹ ਹੁੰਦਾ ਕਿ ਨੀ ਸਾਡੀ ਫਲੈਕਸ਼ਨ 'ਚ ਚਲੇ ਜਾਂਦੇ, ਗੋਡੇ ਅੱਗੇ ਨੂੰ ਨਿਕਲ ਜਾਂਦੇ ਆ। ਇਹ ਨੀ ਫੋਰਸਮੈਂਟ ਵਾਸਤੇ ਹੈ ਕਿ ਪੇਸ਼ੈਂਟ ਇੱਕ ਅਲਾਈਨਮੈਂਟ ਦੇ ਦੀ ਅਲਾਈਨਮੈਂਟ ਸਿੱਧੀ ਹੋਏਗੀ। ਅਤੇ ਪਲੱਸ ਇਹਨਾਂ ਨੂੰ ਆਪਾਂ ਹੁਣ ਟ੍ਰੇਨਿੰਗ ਦੇਵਾਂਗੇ ਕਿੱਦਾਂ ਚੱਲਣਾ, ਕਿਹੜਾ ਕਦਮ ਪਹਿਲਾਂ ਪੁੱਟਣਾ, ਕਿਹੜਾ ਕਦਮ ਬਾਅਦ 'ਚ ਪੁੱਟਣਾ। ਤਾਂ ਪੇਸ਼ੈਂਟ ਇਹਦੇ ਨਾਲ ਹੌਲੀ ਹੌਲੀ ਆਪਣੇ ਆਪ ਤੋਂ ਚੱਲਣਾ ਸ਼ੁਰੂ ਕਰ ਦੇਗਾ ਜੀ। ਮਤਲਬ ਕਿ ਕਾਫੀ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਜੀ। ਜਿਸ ਤਰ੍ਹਾਂ ਹੁਣ ਪੇਸ਼ੈਂਟ ਆਪਣੇ ਆਪ ਹੀ ਆਪਣਾ ਬੈਲੈਂਸ ਬਣਾ ਕੇ ਖੜ੍ਹਾ ਹੋ ਗਿਆ ਆ, ਇਹ ਤਾਂ ਬਹੁਤ ਵਧੀਆ ਗੱਲ ਹੈਗੀ ਆ। ਨਹੀਂ ਤਾਂ ਉੱਦਾਂ ਪੈਰਾਪਲੀਜੀਆ ਦੇ ਜਿਹੜੇ ਕੇਸਿਸ ਹੁੰਦੇ ਆ ਉਹਨਾਂ ਨੂੰ ਨਾਲ ਇੱਦਾਂ ਕਮਰ ਨੂੰ ਬੈਲਟ ਵਗੈਰਾ ਵੀ ਦੇਣੀ ਪੈਂਦੀ ਹੈ, ਪਰ ਇਹਨਾਂ ਨੇ ਆਪਣੇ ਆਪ ਨੂੰ ਕਾਫੀ ਕੰਟਰੋਲ ਕਰ ਲਿਆ ਆ। ਆਪਾਂ ਇਹ ਗੱਲ ਕਹਿ ਸਕਦੇ ਹਾਂ ਮੋਟੇ ਤੌਰ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਰਨ ਫਿਰਨ ਜੋਗੇ ਬਿਲਕੁਲ ਸਕਸੈਸ ਹੋ ਇਹ ਬਿਲਕੁਲ ਆਪਣੇ ਆਪ ਤੇ ਇੰਡੀਪੈਂਡੈਂਟ ਹੋ ਜਾਣਗੇ। ਕਿਸੇ ਨੂੰ ਕੋਈ ਇਹਨਾਂ ਨੂੰ ਫੜਨ ਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਪਏਗੀ। ਸ਼ੁਰੂ ਵਿੱਚ ਇਹਨਾਂ ਨੂੰ ਟ੍ਰੇਨਿੰਗ ਦੇਣੀ ਪਏਗੀ ਸਾਨੂੰ ਕਿ ਕਿੱਦਾਂ ਚੱਲਣਾ, ਕਿੱਦਾਂ ਸਟੈਪ ਪਹਿਲਾਂ ਲੈਣਾ, ਕਿਹੜਾ ਬਾਅਦ 'ਚ ਲੈਣਾ। ਉਸ ਤੋਂ ਬਾਅਦ ਕਿਸੇ ਨੂੰ ਕੁਛ ਵੀ ਕਰਨ ਦੀ। ਇੱਕ ਸਮਾਂ ਸੀ ਵੀਰ ਬੱਬਲੂ ਜੀ ਜਿਹੜੇ ਕਿ ਬਿਲਕੁਲ ਨਕਾਰਾ ਹੋ ਗਏ ਸਨ
ਤੇ ਆਪਣੀ ਜੀਵਨ ਦੇ ਪੰਧ ਨੂੰ ਸਮਝੀ ਬੈਠੇ ਸੀ ਕਿ ਬਸ ਹੁਣ ਸਮਾਪਤੀ ਏ। ਪਰ ਆਪ ਸਭ ਸੰਗਤਾਂ ਨੇ ਇਹੋ ਜਿਹੀ ਇੱਕ ਜੀਵਨ ਦੇ ਵਿੱਚ ਸੂਰਜ ਵਰਗੀ ਕਿਰਨ ਦਿੱਤੀ ਕਿ ਇਹਨਾਂ ਨੂੰ ਹੁਣ ਲੱਗਾ ਕਿ ਨਹੀਂ, ਮੇਰੀ ਜ਼ਿੰਦਗੀ ਜਿਹੜੀ ਇਹ ਅੱਗੇ ਨਾਲੋਂ ਬਿਹਤਰ ਹੋ ਜਾਵੇਗੀ। ਤੇ ਬਬਲੂ ਵੀਰ ਨਾਲ ਵੀ ਆਪ ਸਭ ਸੰਗਤਾਂ ਦੀ ਗੱਲਬਾਤ ਸਾਂਝੀ ਕਰਾਉਂਦੇ ਆ। ਕੀ ਹਾਲ ਹੈ ਬਬਲੂ ਵੀਰੇ? ਬਹੁਤ ਵਧੀਆ। ਸਾਧ ਸੰਗਤ ਜੀ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ। ਮੈਂ ਸਾਰਿਆਂ ਨੂੰ ਆਏ ਕਹਿਣਾ ਚਾਹੁੰਦਾ, ਮੇਰਾ ਆਪਰੇਸ਼ਨ ਬਹੁਤ ਵਧੀਆ ਹੋ ਗਿਆ ਜੀ। ਪਰ ਅੱਗੇ ਨਾ ਮੈਨੂੰ ਬਹੁਤ ਕਾਫੀ ਇੰਪਰੂਵਮੈਂਟ ਹੈ। ਅੱਜ ਸ਼ਿਕੰਜਾ ਲੱਗਣਾ ਵੀ ਮੈਨੂੰ ਥੋੜ੍ਹੀ ਜਾਨ ਮਹਿਸੂਸ ਹੋ ਰਹੀ ਹੈ। ਮੈਂ ਸਾਧ ਸੰਗਤ ਸਾਰਿਆਂ ਦਾ ਧੰਨਵਾਦ ਕਰਦਾ ਜੀ। ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਚਿਹਰੇ ਦੇ ਉੱਪਰ ਖੁਸ਼ੀ ਵੀ ਦੇਖ ਸਕਦੇ ਜੋ। ਮਹਾਰਾਜ ਦੀ ਬਾਣੀ ਦਾ ਇੱਕ ਬਚਨ ਇੱਥੇ ਚੇਤੇ ਆ ਗਿਆ। ਹਜ਼ੂਰ ਪਿਤਾ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਲੱਖਾਂ ਖੁਸ਼ੀਆਂ ਅਤੇ ਖੇੜੇ ਉਦੋਂ ਹੀ ਆਉਂਦੇ ਨੇ ਜਦੋਂ ਗੁਰੂ ਦੀ ਮਿਹਰ ਰੂਪੀ ਨਿਗਾਹ ਮਨੁੱਖ ਦੇ ਜੀਵਨ ਦੇ ਉੱਪਰ ਪੈਂਦੀ ਹੈ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਵੀਰ ਬਬਲੂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਇਹ ਸਾਰਾ ਹੀ ਸ਼ਲਾਘਾਯੋਗ ਕਦਮ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਹੀ ਜਾਂਦਾ ਹੈ। ਖੱਬਾ ਸੱਜਾ, ਸ਼ਾਬਾਸ਼। ਚਲੋ ਸੱਜਾ ਖੱਬਾ, ਪਿੱਛੇ ਨੂੰ ਨਹੀਂ ਜਾਣਾ। ਚਲੋ ਖੱਬਾ ਸੱਜਾ, ਆਪਣਾ ਪਿੱਛੇ ਨੂੰ ਨਹੀਂ ਨਿਕਲਣਾ। ਚਲੋ ਵੀ ਅਸੀਂ ਲੇਟੇ ਰਹੇ ਹਾਂ। ਲੱਤਾਂ ਵੈਸੇ ਬੰਦੇ ਦੀਆਂ ਏਦਾਂ ਥੋੜ੍ਹੀਆਂ ਕੰਬਦੀਆਂ ਰਹਿੰਦੀਆਂ ਜਦੋਂ ਇੰਨੀ ਦਿਨਾਂ ਬਾਅਦ ਉੱਠਦਾ ਹੈ। ਹੌਲੀ ਹੌਲੀ ਇੰਪਰੂਵਮੈਂਟ ਹੌਲੀ ਇੰਪਰੂਵਮੈਂਟ ਰਾਈਜ਼ ਕਰ। ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਇਹ ਵੀ ਜਿਹੜਾ ਕਾਰਜ ਹੈ, ਇਹ ਜਿਹੜੀ ਸੇਵਾ ਹੈ, ਇਹ ਵੀ ਨੇਪਰੇ ਚੜ੍ਹ ਗਈ ਹੈ ਬਬਲੂ ਭਾਜੀ ਹੁਣਾਂ ਦੀ। ਤੇ ਹੁਣ ਅਸੀਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ, ਕਿਉਂਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਇਹ ਇੱਕ ਐਂਬੂਲੈਂਸ ਵੀ ਪ੍ਰੋਵਾਈਡ ਕੀਤੀ ਗਈ ਹੈ ਜਿਹੜੀ ਹਸਪੀਟਲ ਤੋਂ ਅੰਮ੍ਰਿਤਸਰ ਲੈ ਕੇ ਆਈ ਹੈ। ਤੇ ਹੁਣ ਬਬਲੂ ਭਾਜੀ ਹੁਣਾਂ ਨੂੰ ਉਸੇ ਹੀ ਐਂਬੂਲੈਂਸ ਦੇ ਵਿੱਚ ਜੋ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਮਿਲੀ ਹੈ ਤੇ ਉਹਨੂੰ ਕਪੂਰਥਲੇ ਸ਼ਹਿਰ ਛੱਡ ਕੇ ਆਵਾਂਗੇ ਜਿੱਥੇ ਇਹਨਾਂ ਦਾ ਰਹਿਣ ਬਸੇਰਾ ਹੈ। ਤੇ ਆਓ ਆਪ ਸਭ ਸੰਗਤਾਂ ਨੂੰ ਵੀ ਨਾਲ ਅਸੀਂ ਲੈ ਚੱਲਦੇ ਹਾਂ ਸ਼ਹਿਰ ਕਪੂਰਥਲੇ। मेरा कोई नहीं, अगर इधर पता करता मैं कोई रूम खाली हो। हाँ तेरा उधर चलो, मैं भी
काम करते थे। ਤੇ ਹੁਣ ਅਸੀਂ ਇਸ ਵਕਤ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸ਼ਹਿਰ ਕਪੂਰਥਲਾ ਪਹੁੰਚ ਚੁੱਕੇ ਹਾਂ। ਵੀਰ ਬਬਲੂ ਸਿੰਘ ਹੁਣੀ ਆਪਣੇ ਨਿੱਜੀ ਬਸੇਰੇ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਆਪ ਸਭ ਸੰਗਤਾਂ ਨੂੰ ਦਿਖਾਉਂਦੇ ਆ। ਇਹ ਆਪ ਸਭ ਸੰਗਤਾਂ ਨੂੰ ਪਿਛਲੇ ਦਿਨੀ ਵੀ ਜਿਹੜੀ ਸੀ, ਜਦੋਂ ਪਹਿਲੇ ਦਿਨ ਆਪ ਸਭ ਸੰਗਤਾਂ ਦੇ ਨਾਲ ਵੀਰ ਬਬਲੂ ਹੁਣਾਂ ਦੀ ਸਾਂਝ ਪਵਾਈ ਸੀ ਤੇ ਘਰ ਦੇ ਦ੍ਰਿਸ਼ ਦਿਖਾਏ ਸੀ। ਤੇ ਇਸ ਵਕਤ ਜਿਹੜੀ ਵੀ ਉਹਨਾਂ ਦੀ ਜਿਹੜਾ ਵੀ ਉਹਨਾਂ ਦਾ ਰਹਿਣ ਬਸੇਰਾ ਹੈ ਤੇ ਇਸ ਵਕਤ ਉਹ ਆਪਣੇ ਨਿੱਜੀ ਅਸਥਾਨ 'ਤੇ ਜਿਹੜੇ ਨੇ ਕਿ ਪਹੁੰਚ ਗਏ ਨੇ। ਤੇ ਆਓ ਆਪ ਸਭ ਸੰਗਤਾਂ ਨੂੰ ਵੀ ਦਿਖਾਉਂਦੇ ਆ ਤੇ ਵੀਰ ਜੀ ਉਹਨਾਂ ਦੇ ਨਾਲ ਵੀ ਜਿਹੜੀ ਹੈ ਉਹ ਗੱਲਬਾਤ ਕਰਦੇ ਆ। ਇੱਕ ਸਮਾਂ ਸੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਜਿਸ ਦਿਨ ਪਹਿਲੇ ਦਿਨ ਅਸੀਂ ਇੱਥੇ ਆਏ ਸੀ ਨਾ, ਤੇ ਵੀਰ ਬਬਲੂ ਸਿੰਘ ਹੁਣੀ ਵੀ ਉਸ ਦਿਨ ਵੀ ਇੱਦਾਂ ਹੀ ਬੈਠੇ ਸੀ, ਪਰ ਉਦਣ ਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਉਹ ਦਿਨ ਇਵੇਂ ਦਾ ਸੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿ ਜਦੋਂ ਇਹਨਾਂ ਨੂੰ ਕੋਈ ਵੀ ਨਹੀਂ ਸੀ ਆਸ ਜਾਗਰੀ ਮਨ ਦੇ ਵਿੱਚ ਕਿ ਹੁਣ ਜਿਹੜਾ ਵਾ ਸ਼ਾਇਦ ਸਾਰੀ ਜ਼ਿੰਦਗੀ ਮੇਰੀ ਇੱਥੇ ਹੀ ਗੁਜ਼ਰੇਗੀ। ਪਰ ਆਪ ਸਭ ਸੰਗਤਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ, ਬਖਸ਼ਿਸ਼ ਹੋਈ ਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਵੀਰ ਬਬਲੂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਆਪਰੇਸ਼ਨ ਵੀ ਜਿਹੜਾ ਬਹੁਤ ਕਾਮਯਾਬ ਰਿਹਾ। ਤੇ ਆਓ ਬਬਲੂ ਭਾਜੀ ਉਹਨਾਂ ਨਾਲ ਵੀ ਇੱਕ ਗੱਲ ਕਰਦੇ ਆ, ਕਿਉਂਕਿ ਕਾਫੀ 27 ਦਿਨ ਹੋ ਗਏ ਨੇ ਅੱਜ ਉਹਨਾਂ ਨੂੰ ਹਸਪੀਟਲ ਦੇ ਵਿੱਚ, ਤੇ ਅੱਜ 27 ਦਿਨਾਂ ਬਾਅਦ ਉਹ ਆਪਣੇ ਨਿੱਜੀ ਜਿਹੜੇ ਨੇ ਰਹਿਣ ਬਸੇਰੇ 'ਤੇ ਪਹੁੰਚੇ ਨੇ। ਬਬਲੂ ਭਾਜੀ ਕਿਵੇਂ ਦਾ ਫੀਲ ਹੋ ਰਿਹਾ ਹੈ ਘਰ ਆਣ ਕੇ? ਬਹੁਤ ਵਧੀਆ ਫੀਲ ਹੋ ਰਿਹਾ ਜੀ। ਮੈਂ ਸਾਧ ਸੰਗਤ ਨੂੰ, ਸੰਗਤ ਚੈਨਲ ਵਾਲੀ ਸਾਰੀ ਸੰਗਤ ਨੂੰ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਰੇ ਵਰਗੇ ਗਰੀਬ ਲਈ ਇਲਾਜ ਲਈ ਇੰਨਾ ਹੀ ਮਿਹਰ ਕੀਤੀ। ਮੈਂ ਸਭ ਨੂੰ ਧੰਨਵਾਦ ਕਰਦਾ ਜੀ। ਇੱਥੇ ਇੱਕ ਹੋਰ ਸੱਜਣ ਵੀ ਬਬਲੂ ਭਾਜੀ ਨੂੰ ਜਦੋਂ ਅਸੀਂ ਲੈ ਕੇ ਆਏ ਐਂਬੂਲੈਂਸ 'ਤੇ, ਕਿਉਂਕਿ ਬਾਜ਼ਾਰ ਦੇ ਬੱਸ ਅੱਡੇ ਦੇ ਨਾਲ ਹੀ ਪੈਂਦਾ, ਪਰ ਬਾਜ਼ਾਰ ਥੋੜ੍ਹਾ ਭੀੜਾ ਹੈ ਜਿੱਥੇ ਕਿ ਗੱਡੀ ਨਹੀਂ ਆ ਸਕਦੀ। ਤੇ ਇੱਕ ਵੀਰ ਜਿਹੜੇ ਨੇ ਪਿਆਰ ਵਾਲੇ ਜਿਨ੍ਹਾਂ ਦੇ ਇੱਥੇ ਕਿਰਾਏ 'ਤੇ ਲੰਮੇ ਸਮੇਂ ਤੋਂ ਰਹਿ ਰਹੇ ਨੇ, ਵੀਰ ਬਬਲੂ ਜੀ, ਪਰ ਬੜੀ ਪਿਛਲੀ ਵੀਡੀਓ 'ਚ ਵੀ ਗੱਲ ਸਾਂਝੀ ਕੀਤੀ ਸੀ ਕਿ ਬੜਾ ਸ਼ਲਾਘਾਯੋਗ ਕਦਮ ਇਹਨਾਂ ਦਾ ਵੀ ਇਹ ਬਿਲਕੁਲ ਇਹਨਾਂ ਤੋਂ ਕੁਛ ਵੀ ਜਿਹੜੀ ਆ ਉਹ ਕਿਰਾਇਆ ਨਹੀਂ ਲੈਂਦੇ। ਬਾਕੀ ਜਿੰਨੇ ਵੀ ਇੱਥੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਤੋਂ ਪਾਣੀ ਦਾ ਵੀ ਕੋਈ ਬਿੱਲ ਨਹੀਂ ਲੈਂਦੇ। ਤੇ ਵੀਰ ਜੀ ਹੁਣੀ ਪਹੁੰਚੇ ਨੇ, ਆਓ ਇਹਨਾਂ ਦੀ ਵੀ ਆਪ ਸਭ ਸੰਗਤਾਂ ਨਾਲ ਸਾਂਝ ਪਾਉਂਦੇ। ਵੀਰ ਜੀ, ਮਤਲਬ ਆਪ ਲੰਮੇ ਸਮੇਂ ਤੋਂ ਇੱਥੇ ਬਬਲੂ ਭਾਜੀ ਨੂੰ ਦੇਖ ਰਹੇ ਜੋ, ਮਤਲਬ ਜ਼ਿੰਦਗੀ ਤੇ ਕਾਫੀ ਔਖੀ ਇਹਨਾਂ ਦੀ ਇੱਥੇ ਫਿਰ ਹੋ ਗਈ ਹੋਣੀ। ਇਹ ਸਾਡੇ ਕੋਲ ਕਾਫੀ ਲੰਮੇ ਟਾਈਮ ਤੋਂ ਆਇਆ ਸੀਗਾ। ਜਦੋਂ ਆਇਆ ਸੀਗਾ ਉਦੋਂ ਕੰਡੀਸ਼ਨ ਇਹਦੀ ਇੱਦਾਂ ਦੀ ਸੀਗੀ, ਜਦੋਂ ਤੁਸੀਂ ਲੈ ਕਰਕੇ ਗਏ ਨੇ ਉਸ ਮੂਵਮੈਂਟ ਬਿਲਕੁਲ ਨਹੀਂ ਸੀਗੀ ਬੋਡੀ ਦੇ ਵਿੱਚ। ਰਹਿਣ ਕੀ ਇਹਨਾਂ ਨੂੰ ਮੇਨ ਪ੍ਰੋਬਲਮ ਸੀਗੀ, ਤਾਂ ਅਸੀਂ ਇਹਨਾਂ ਨੂੰ ਇੱਥੇ ਜਗ੍ਹਾ ਦਿੱਤੀ। ਮੈਂ ਕੋਈ ਗੱਲ ਨਹੀਂ, ਤੁਸੀਂ ਰਹਿਣਾ ਵੀ ਹੈ, ਖਾਣਾ ਪੀਣਾ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਪੈਂਦੀ ਆਪਾਂ ਜਿੰਨਾ ਹੈ ਕਰ ਸਕਦੇ ਆਪਾਂ ਕਰਾਂਗੇ। ਕਾਫੀ ਲੰਮੇ ਟਾਈਮ ਤੋਂ ਇਹ ਆਪਣੇ ਕੋਲ ਹੈ। ਤੇ ਹੁਣ ਜਦੋਂ ਤੁਹਾਡੇ ਨਾਲ ਟੱਚ ਕੇ ਵਿੱਚ ਆਏ, ਸਾਨੂੰ ਪਤਾ ਚੱਲਿਆ ਕਿ ਭਾਈ ਕੋਈ ਆਪਣੀ ਸੰਸਥਾ ਹੈ ਜਿਹੜੀ ਮਦਦ ਕਰਦੀ ਹੈ ਗਰੀਬ ਬੰਦੇ ਕੀ ਹੈ ਇਸ ਤਰ੍ਹਾਂ की ਜਿਹੜੀ ਪ੍ਰੋਬਲਮ ਹੈ। ਤੇ ਸਾਨੂੰ ਬੜਾ ਚਲੋ ਇਸ ਚੀਜ਼ ਕੀ ਪਹਿਲੇ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਦੇ ਟ੍ਰੀਟਮੈਂਟ ਮੈਂ ਜਿੰਨਾ ਵੀ ਹੋ ਸਕਦਾ ਅਸੀਂ ਕਰ ਸਕਦੇ ਹਾਂ। ਤਾਂ ਅਸੀਂ ਹੋਰ ਵੀ 2-4 ਜਗ੍ਹਾ ਪਤਾ ਕੀਤਾ ਸੀਗਾ, ਪਰ ਉਹ ਕਿਸੇ ਨੇ ਕੋਈ ਜਵਾਬ ਸਾਨੂੰ ਕੋਈ ਚੱਜ ਨਾਲ ਨਹੀਂ ਦਿੱਤਾ, ਕਿ ਸੰਤੁਸ਼ਟੀ ਨਹੀਂ ਹੋਈ ਸਾਨੂੰ ਕਿ ਭਾਈ ਕਿਤੇ ਕੁਝ ਬੈਨੀਫਿਟ ਹੋ ਸਕਦਾ। ਬਟ ਜਦੋਂ ਤੋਂ ਇਹ ਤੁਹਾਡੇ ਨਾਲ ਤੁਸੀਂ ਆਏ ਨੇ, ਤੁਸੀਂ ਸਾਰੀ ਗੱਲਾਂ ਦੱਸੀਆਂ ਕਿ ਭਾਈ ਆਪਾਂ ਇਸ ਟ੍ਰੀਟਮੈਂਟ ਇਹਦਾ ਚੱਲ ਸਕਦਾ, ਆਰਾਮ ਲੱਗ ਸਕਦਾ, ਸਾਨੂੰ ਚਲੋ ਬੜੀ ਖੁਸ਼ੀ ਹੋਈ। ਹੁਣ 1 ਮਹੀਨੇ ਬਾਅਦ ਜਦੋਂ ਆਪਰੇਸ਼ਨ ਕੇ ਬਾਅਦ ਇਹ ਆਇਆ ਤੇ ਹੁਣ ਦੱਸਦਾ ਕਿ ਭਾਈ ਮੁਝੇ ਇੰਪਰੂਵਮੈਂਟ ਲੱਗਦੀ ਹੈ, ਤਾਂ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਬਾਕੀ ਆਪਾਂ ਬਾਬੇ ਤੋਂ ਮਿਹਰ ਕਰਦੇ ਕਿ ਭਾਈ ਚਲੋ ਮੁੰਡੇ ਨੂੰ ਛੇਤੀ ਤੋਂ ਛੇਤੀ ਇਹਨੂੰ ਆਰਾਮ ਲੱਗੇ, ਆਪਣੇ ਪੈਰੋਂ 'ਤੇ ਖੜਾ ਹੋ ਕਰਕੇ ਕੱਲ੍ਹ ਨੂੰ ਆਪਣੀ ਜ਼ਿੰਦਗੀ ਨੋਰਮਲ ਜ਼ਿੰਦਗੀ ਜੀ ਸਕਦਾ। ਇਹਦੇ ਲਈ ਅਸੀਂ ਵੀ ਅਰਦਾਸ ਕਰਦੇ। ਬਾਕੀ ਆਪਣੇ ਵੱਲੋਂ ਜਿੰਨੀ ਵੀ ਮਦਦ की ਲੋੜ ਪੈਣੀ, ਇਹਨੂੰ ਅਸੀਂ ਬੋਲਿਆ ਪਿਆ ਕਿ ਤੂੰ ਰਾਤ ਨੂੰ 2 ਵਜੇ ਵੀ ਤੁਝੇ ਲੋੜ ਪੈਂਦੀ ਤਾਂ ਸਾਨੂੰ ਫੋਨ ਕਰ, ਆਪਾਂ ਜਿੰਨਾ ਵੀ ਹੋ ਸਕਦਾ ਤੇਰੇ ਨਾਲ ਖੜੇ ਹਾਂ। ਬਾਕੀ ਜੋ ਬਾਬਾ ਜੀ ਨੂੰ ਮਨਜ਼ੂਰ ਹੈ ਹੋਣਾ ਉਹੀ ਹੈ। ਬਾਕੀ ਕੋਸ਼ਿਸ਼ਾਂ ਹੈ, ਸਭ ਕੋਸ਼ਿਸ਼ ਕਰਦੇ ਪਏ ਹੋ, ਤੁਸੀਂ ਵੀ ਕੋਸ਼ਿਸ਼ ਕਰਦੇ ਪਏ ਹੋ, ਤਾਂ ਬਾਬਾ ਜੀ ਜ਼ਰੂਰ ਇਸ ਚੀਜ਼ ਨੂੰ ਚੰਗੇ ਹੀ ਰਸਤੇ ਪਾਊਗਾ। ਸਾਨੂੰ ਪ੍ਰੈਕਟਿਸ ਕੀ ਜਿੱਥੇ ਤੱਕ ਕੀ ਗੱਲ ਹੈ, ਆਪਾਂ ਦਿਨ ਕੇ ਵਿੱਚ ਸਵੇਰੇ ਸ਼ਾਮ ਇਹਨਾਂ ਨੂੰ ਪ੍ਰੈਕਟਿਸ ਕਰਾਵਾਂਗੇ ਤੇ ਜਿੰਨਾ ਵੀ ਵੱਧ ਤੋਂ ਵੱਧ ਟਾਈਮ ਦੇ ਸਕਦੇ ਆਪਾਂ ਦੇਣ, ਕੋਈ ਐਸੀ ਗੱਲ ਨਹੀਂ ਹੈ। ਜਿੰਨੀ ਮਦਦ ਹੋ ਸਕਦੀ, ਜਿੰਨੀ ਇਹਨਾਂ ਨੂੰ ਲੋੜ ਹੈ, ਜਿੰਨਾ ਆਪਾਂ ਕਰ ਸਕਦੇ ਹਾਂ ਉਨਾ ਆਪਾਂ ਕਰਾਂਗੇ, ਕਦੇ ਪਿਛਾ ਨਹੀਂ ਹਟਦੇ। ਬਹੁਤ ਬਹੁਤ ਸ਼ੁਕਰੀਆ ਵੀਰ ਜੀ ਆਪ ਜੀ ਦਾ। ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ
ਤੇ ਅੱਜ ਇੱਕ ਹੋਰ ਸੇਵਾ ਜਿਹੜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਨੇਪਰੇ ਚੜ੍ਹ ਗਈ ਹੈ। ਵੀਰ ਤਿਲਕ ਰਾਜ ਉਰਫ ਬਬਲੂ ਹੋਣੀ ਅੱਜ ਜਿਹੜੀ ਆਸ ਦੇ ਨਾਲ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਵੀਰ ਬਬਲੂ ਹੋਣਾ ਨੂੰ ਸ਼ਹਿਰ ਕਪੂਰਥਲੇ ਤੋਂ ਲੈ ਕੇ ਗਏ ਸੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ, ਤੇ ਉਹ ਕਾਰਜ ਜਿਹੜਾ ਵਾ ਆਪ ਸਭ ਸੰਗਤਾਂ ਤੇ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਸਦਕਾ ਨੇਪਰੇ ਚੜ੍ਹ ਗਿਆ ਹੈ। ਤੇ ਅੱਜ ਫਿਰ ਆਪਣੇ ਨਿੱਜੀ ਰਹਿਣ ਬਸੇਰੇ ਦੇ ਵਿੱਚ ਵੀਰ ਬਬਲੂ ਸਿੰਘ ਹੁਣੀ ਜਿਹੜੇ ਪਹੁੰਚ ਗਏ ਨੇ, ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਪੱਲਾ ਅੱਡ ਕੇ ਹੀ ਬੇਨਤੀ ਕਰਦੀ ਹੈ ਕਿ ਆਪ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜ਼ਰੂਰ ਸਾਡਾ ਸਾਥ ਦਿਓ, ਤਾਂ ਜੋ ਅਸੀਂ ਇਹੋ ਜਿਹੇ ਹੋਰ ਲੋੜਵੰਦ ਪਰਿਵਾਰ ਗਰੀਬ ਗੁਰਬੇ ਦੀ ਜਿਹੜੀ ਹੈ ਉਹ ਮਦਦ ਕਰ ਸਕੀਏ, ਤੇ ਤਾਂ ਜੋ ਇਹ ਪੂਰੀ ਜਿਹੜੀ ਕਾਇਨਾਤ ਆ ਜਿਸ ਨੂੰ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਵੀ ਕਿਹਾ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਾਂ ਅਸੀਂ ਇਹ ਵੀ ਹਜ਼ੂਰ ਪਾਵਨ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਕਿ ਇਹ ਜਿਹੜੀ ਅਵਸਥਾ ਜਿਹੜੀ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਣਾਈ ਹੈ ਕਿ ਜਿਹੜਾ ਵੀ ਲੋੜਵੰਦ ਆਪ ਜੀ ਦੀ ਝੋਲੀ ਦੇ ਵਿੱਚ ਮਰੀਜ਼ ਪਾਇਆ ਜਾਂਦਾ, ਆਪ ਬਿਨਾਂ ਜਾਤ ਤੋਂ ਨਸਲ ਤੋਂ ਅਮੀਰੀ ਗਰੀਬੀ ਤੋਂ ਉਹਦੀ ਬਾਂਹ ਫੜਦੇ ਜੋ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅਖੀਰ ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਬਬਲੂ ਜੀ ਚੱਲੀਏ ਫਿਰ, ਆ ਗਿਆ ਹੁਣ ਸਾਨੂੰ ਅਸੀਂ ਭੇਜਣ ਨੂੰ ਦਿਲ ਨਹੀਂ ਕਰਦਾ ਅਟੈਚਮੈਂਟ ਹੁੰਦੇ ਨੇ ਕਿ ਰੱਬ ਦਾ ਰੂਪ ਹੀ ਹੈ, ਤੂੰ ਦੇਖ ਲੈ ਸਭ ਕੁਝ ਉੱਪਰ ਵਾਲਾ ਬਾਬੇ ਦੀ ਮਿਹਰ ਹੈ ਕਿ ਰੱਬ ਖੜਾ ਫਿਰ ਨਹੀਂ ਕੋਈ ਗੱਲ ਹੈ ਨਾ, ਰੱਬ ਨੇ ਤਾਂ ਜਿਹੜਾ ਕੰਮ ਕਰਨੇ ਭਾਜੀ ਕਰਨੇ ਲੇਕਿਨ ਜਿਹੜਾ ਮਾਧਿਅਮ ਬਣਦਾ ਨਾ ਬੰਦਾ, ਉਹ ਸ਼ਖਸੀਅਤ ਕੋਈ ਹੁੰਦੀ ਜੋ ਨਾਲ ਖੜ ਕੇ ਇੰਨਾ ਕੁਝ ਹੈਲਪ ਕਰਦਾ। ਇਹ ਗੱਲਾਂ ਇਹਨੇ ਦਿਨ ਹਸਪੀਟਲ ਗਿਆ, ਮੈਂ ਹਸਪੀਟਲ ਦੀ ਖਾਸੀਅਤ ਦੇਖੀ, ਜਿੰਨੀ ਸਟਾਫ ਆਣਾ ਸਾਰੇ ਸੇਵਾ ਕਰਦੇ ਆ, ਡਿਊਟੀ ਨਹੀਂ ਕਰਦੇ। ਬਸ ਵਹੀ ਹੈ ਨਾ ਕਿ ਸੇਵਾ ਜਿਹੜੇ ਇਹ ਚੀਜ਼ਾਂ ਜਿਹੜੀ ਯਹੀ ਨਾਲ ਜਾਣੀ ਬੰਦੇ ਕੇ ਉਹ ਨਾਲ ਕੁਝ ਨਹੀਂ ਜਾਣਾ।